ਸਾਰਗ ਮਹਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੀ ਸਰਤਾਜ, ਸ਼ਾਂਤੀ ਦੇ ਸੋਮੇ, ਗੁਰਬਾਣੀ ਦੇ ਰਚਨਹਾਰ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਮਨ ਨਾਮ ਹਿਰਦੇ ਦਾ ਹੈ, ਅੰਤਰਾਤਮੀ ਦਾ ਹੈ, ਮੇਰੇ ਹਿਰਦੇ ਵਿੱਚ ਜੀਤ ਆਏ ਪ੍ਰਿਯ ਰੰਗਾ। ਗੁਰ ਉਪਦੇਸ਼ ਦੁਆਰਾ ਪਿਆਰੇ ਅਕਾਲ ਪੁਰਖ ਦਾ ਆਨੰਦ ਪ੍ਰੇਮ ਚਿੱਤ ਵਿੱਚ ਆ ਕੇ ਵਸ ਗਿਆ ਹੈ, ਜਾਂ ਪਿਆਰੇ ਦੇ ਮਿਲਣ ਦਾ ਆਨੰਦ ਚੇਤੇ ਆ ਗਿਆ ਹੈ। ਵਿਸਰਿਓ ਧੰਦ ਬੰਦ ਮਾਇਆ ਕੋ। ਜੋ ਮਾਇਆ ਦੇ ਧੰਦਿਆਂ ਦਾ ਬੰਧਨ ਸੀਗਾ, ਉਹ ਪਰਮੇਸ਼ਰ ਦੀ ਕਿਰਪਾ ਕਰਕੇ ਵਿਸਰ ਗਿਆ ਹੈ, ਵਿਸਰ ਗਈ। ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਨ ਆਈ। ਰਜਨ ਸਬਾਈ ਜੰਗਾ। ਰਜਨ ਕਹਿੰਦੇ ਨੇ ਰਾਤ ਨੂੰ, ਸਾਰੀ ਰਾਤ ਆਲਸ ਦੇ ਨਾਲ ਯੁੱਧ ਕਰਦਿਆਂ ਗੁਜ਼ਰਦੀ ਹੈ, ਜਾਂ ਸਾਰੀ ਅਵਸਥਾ ਰੂਪ ਰਾਤ ਕਾਮਵਾਦਕ ਵਿਕਾਰਾਂ ਦੇ ਨਾਲ ਜੰਗ ਕਰਦਿਆਂ ਦੀ ਗੁਜ਼ਰਦੀ ਜਾ ਰਹੀ ਹੈ। ਹੁਣ ਸਾਰੀ ਅਵਸਥਾ ਰੂਪ ਰਾਤ ਪ੍ਰਭੂ ਸਿਮਰਨ ਦੇ ਵਿੱਚ ਜੰਗਾ ਜਾਗਣਾ ਕੀਤਾ ਹੈ। ਲੋਕਾਂ ਨੂੰ ਤਾਂ ਗੋਲੀਆਂ ਖਾ ਕੇ, ਟੀਕੇ ਲਵਾ ਕੇ ਵੀ ਨੀਂਦ ਨਹੀਂ ਆਉਂਦੀ, ਤੇ ਸਾਨੂੰ ਉਹ ਬਲੇਡ ਮਾਰਦੀ ਹੈ। ਤੇ ਇਸ ਤਰ੍ਹਾਂ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੈ ਕਿ ਭਾਈ ਜਗ ਨਿਕਾ, ਹਰ ਕੀਰਤਨ ਮੈਂ ਜਾਗਣਾ। ਜਦ ਕੰਮ ਕੋਈ ਨਹੀਂ ਕਰਨਾ, ਸਰੀਰ ਥੱਕੂਗਾ ਨਹੀਂ, ਤੇ ਨੀਂਦ ਕਿੱਥੋਂ ਆਊਗੀ? ਦਿਨੇ ਵੀ ਸੁੱਤੇ ਰਹਿਣਾ, ਫਿਰ ਰਾਤ ਨੂੰ ਕਿੱਥੋਂ ਨੀਂਦ ਆਊਗੀ? ਗਲਤੀ ਤਾਂ ਆਪਣੀ ਹੈ। ਕਹਿਣਾ ਡਾਕਟਰ ਨੂੰ ਵੀ ਡਾਕਟਰ ਜੀ ਨੀਂਦ ਨਹੀਂ ਆਉਂਦੀ। ਪਾਠ ਕੀਤਾ ਹੋਵੇਗਾ 2-4 ਘੰਟੇ ਟਿਕਾ ਕੇ, ਚੰਗਾ ਸਿਰ ਖਪਿਆ ਹੁੰਦਾ, ਮਾਫ ਕਰਨਾ। ਸਰੀਰ ਦਾ ਜ਼ਰੂਰੀ ਨਹੀਂ ਵੀ ਕਈ ਪਾਉਂਦਿਆਂ ਜ਼ੋਰ ਲੱਗਦਾ, ਪਾਠ ਕਰਦਿਆਂ ਵੀ ਸਰੀਰ ਜਿਹੜਾ ਹੈ ਉਹ ਜ਼ੋਰ ਮੰਨਦਾ ਹੈ। ਇਸ ਵਾਸਤੇ ਬੰਦਾ ਥੱਕੀ ਨਾ ਜਾਵੇ। ਗੁਰਬਾਣੀ ਪੜ੍ਹਦਿਆਂ, ਸੇਵਾ ਕਰਦਿਆਂ ਨੀਂਦ ਤਾਂ ਤਰਲੇ ਮਾਰਦੀ ਆ, ਹੱਥ ਜੋੜਦੀ ਆ, ਆਉਂਦੀ ਕਿਉਂ ਨਹੀਂ? ਤੇ ਇਸ ਵਾਸਤੇ ਸਾਡੀ ਤਾਂ ਜੰਗ ਕਰਦਿਆਂ ਹੀ ਰਾਤ ਅਤੇ ਦਿਨ ਬਤੀਤ ਹੁੰਦਾ। ਸੋ ਇਸ ਤਰ੍ਹਾਂ ਜਦ ਮੇਰੇ ਹਿਰਦੇ ਵਿੱਚ ਗੁਰ ਉਪਦੇਸ਼ ਦੁਆਰਾ ਪਿਆਰੇ ਅਕਾਲ ਪੁਰਖ ਦਾ ਆਨੰਦ ਚਿੱਤ ਵਿੱਚ ਆ ਕੇ ਵਸ ਗਿਆ ਹੈ, ਪਿਆਰੇ ਦੇ ਮਿਲਣ ਦਾ ਆਨੰਦ ਚੇਤੇ ਆ ਗਿਆ ਹੈ। ਚੇਤਨਾ ਹੈ ਤੋ ਚੇਤਨ ਹੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ, ਫੂਟੈ ਘਟ ਜਿਉ ਬਾਣੀ। ਇਹ ਜਦ ਮੈਨੂੰ ਚੇਤੇ ਆ ਗਿਆ ਤਾਂ ਜੋ ਮਾਇਆ ਦੇ ਧੰਦਿਆਂ ਦਾ ਬੰਧਨ ਸੀਗਾ, ਮਨ ਧੰਦੇ ਬੰਧ ਕਰਮ ਕਮਾਏ, ਉਹ ਪਰਮੇਸ਼ਰ ਦੀ ਕਿਰਪਾ ਕਰਕੇ ਵਿਸਰ ਗਿਆ ਹੈ। ਤੇ ਸਾਰੀ ਰਾਤ ਆਲਸ ਦੇ ਨਾਲ ਯੁੱਧ ਕਰਦਿਆਂ ਗੁਜ਼ਰਦੀ ਹੈ। ਜੇ ਖੜੇ ਹੋਵੋ, ਖੜੇ ਵੀ ਸੁੱਟ ਦਿੰਦੀ ਹੈ। ਇਸ ਵਾਸਤੇ ਪਰ ਸੌਣਾ ਨਹੀਂ ਹੈ। ਸਾਰੀ ਅਵਸਥਾ ਉਮਰਾ ਰੂਪ ਰਾਤ ਕਾਮਵਾਦਕ ਵਿਕਾਰਾਂ ਨਾਲ ਜੰਗ ਕਰਦਿਆਂ ਦੀ ਗੁਜ਼ਰਦੀ ਪ੍ਰਭੂ ਦੇ ਸਿਮਰਨ ਦੇ ਵਿੱਚ ਜਾਗਣਾ ਕੀਤਾ ਹੈ। ਸਲਾਮ ਦੇ ਕਰ ਫਰਮਾਨ ਕਰਦੇ ਨੇ, ਹਰ ਸੇਵਾ ਹਰ ਹਿਰਦੈ ਵਸਾਵਾ। ਹਰੀ ਪਰਮੇਸ਼ਰ ਦੀ ਸਰੀਰ ਕਰਕੇ ਟਹਿਲ ਕਰਦਾ ਹਾਂ,
ਹਰੀ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾਉਣਾ ਕੀਤਾ ਹੈ। ਹਰਿ ਪਾਇਆ ਸਤ ਸੰਗਾ, ਹਰੀ ਪਰਮੇਸ਼ਰ ਨੂੰ ਸਤਸੰਗ ਦੁਆਰਾ ਪਾਉਣਾ ਕੀਤਾ ਹੈ। ਐਸੋ ਮਿਲਿਓ ਮਨੋਹਰ ਪ੍ਰੀਤਮ, ਮੈਨੂੰ ਅਜਿਹਾ ਮਨ ਨੂੰ ਹਰਨ ਵਾਲਾ ਸੁੰਦਰ ਪਰਮ ਪ੍ਰੇਮ ਦਾ ਆਸਪਦ ਪਿਆਰਾ ਪਰਮੇਸ਼ਰ ਮਿਲਿਆ ਹੈ। ਸੁਖ ਪਾਈ ਮੁਖ ਮੰਗਾ, ਜਿਸ ਕੋਲੋਂ ਮੂੰਹ ਮੰਗੇ ਸੁਖ ਪਾ ਲਏ ਹਨ। ਜੋ ਆਪਣਾ ਗੁਰ ਬਸ ਕਰ ਦੀਨਾ, ਜੋ ਆਪਣਾ ਸਾਰਿਆਂ ਦਾ ਆਤਮਾ ਰੂਪ ਮੇਰਾ ਪਿਆਰਾ ਪਤੀ ਪਰਮੇਸ਼ਰ ਹੈ, ਉਹ ਗੁਰਾਂ ਨੇ ਨਾਮ ਬਾਣੀ ਦਾ ਉਪਦੇਸ਼ ਦਾ ਕੇ ਅਧੀਨ ਵਸ ਕਰ ਦਿੱਤਾ ਹੈ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ। ਭੋਗ ਨੇ ਸੰਗਾ, ਇਸ ਲਈ ਹੁਣ ਮੈਂ ਬ੍ਰਹਮਾਨੰਦ ਨੂੰ ਭੋਗਾਂ ਨੂੰ ਭੋਗ ਕੇ ਸ਼ੰਕੇ ਤੋਂ ਰਹਿਤ ਹੋ ਕੇ ਆਤਮਿਕ ਆਨੰਦ ਦੇ ਰਸ ਨੂੰ ਭੋਗਦਾ ਮਾਣਦਾ। ਨਿਰਭਉ ਭਈ ਨਾਨਕ ਭਉ ਮਿਟਿਆ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਮੈਂ ਡਰ ਤੋਂ ਰਹਿਤ ਸਰੂਪ ਨੂੰ ਪ੍ਰਾਪਤ ਹੋ ਗਿਆ ਹਾਂ ਅਤੇ ਮੇਰਾ ਜਮਨ ਮਨ ਦਾ ਡਰ ਵੀ ਸਾਰਾ ਮਿਟ ਗਿਆ ਹੈ। ਹਰਿ ਪਾਇਓ ਪਾਠੰਗਾ, ਕਿਉਂਕਿ ਮੈਂ ਨਾਮ ਸਿਮਰਨ ਰੂਪ ਪਾਠ ਦੇ ਅੰਗ ਪੱਖ ਕਰਕੇ ਹਰੀ ਪਰਮੇਸ਼ਰ ਨੂੰ ਪਾਜ ਲਿਆ ਹੈ। ਜਾਂ ਨਿਰਭਉ ਭਈ ਨਾਨਕ ਭਉ ਮਿਟਿਆ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਮੈਂ ਡਰ ਤੋਂ ਰਹਿਤ ਸਰੂਪ ਨੂੰ ਪ੍ਰਾਪਤ ਹੋ ਗਿਆ ਹਾਂ ਔਰ ਮੇਰਾ ਜਮਨ ਮਰਨ ਦਾ ਡਰ ਵੀ ਸਾਰਾ ਮਿਟ ਗਿਆ ਹੈ। ਹਰਿ ਪਾਇਓ ਪਾਠੰਗਾ, ਕਿਉਂਕਿ ਮੈਂ ਨਾਮ ਸਿਮਰਨ ਰੂਪ ਪਾਠ ਦੇ ਅੰਗ ਕਰਕੇ ਪੱਖ ਕਰਕੇ ਹਰੀ ਪਰਮੇਸ਼ਰ ਨੂੰ ਪਾਜੂ ਲਿਆ ਹੈ। ਜਾਂ ਇਸੇ ਪ੍ਰਕਾਰ ਨਿਰਭਉ ਭਈ ਨਾਨਕ ਭਉ ਮਿਟਿਆ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਦ ਨਿਰਭਉ ਸਰੂਪ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਨਾ ਕੀਤਾ ਤਾਂ ਸਾਰਾ ਮੇਰਾ ਜਿਤਨਾ ਵੀ ਭੈ ਸੀਗਾ ਉਹ ਮਿਟ ਗਿਆ। ਹਰਿ ਪਾਇਓ ਪਾਠੰਗਾ, ਸੋ ਇਹ ਸਭ ਕੁਛ ਤਾਂ ਹੋਇਆ ਜਦ ਪਰਮੇਸ਼ਰ ਨੇ ਕਿਰਪਾ ਕਰਕੇ ਸਤ ਸੰਗਤ ਦੇ ਵਿੱਚ ਉਠਾਉਣਾ ਕੀਤਾ, ਭੇਜਣਾ ਕੀਤਾ, ਤਦ ਪਰਮੇਸ਼ਰ ਨੂੰ ਪਾਉਣਾ ਕੀਤਾ। ਸਾਰਗ ਮਹਲਾ ਪੰਜਵਾ, ਸਾਰਗ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ੋ ਪਾਵਨ ਫਰਮਾਨ ਕਰਦੇ ਨੇ। ਹਰਿ ਜੀਓ ਕੀ ਦਰਸ਼ਨ ਕਉ ਕੁਰਬਾਨੀ, ਹਰੀ ਪਰਮੇਸ਼ਰ ਜੀ ਦੇ ਦਰਸ਼ਨ ਦੀਦਾਰਿਆਂ ਤੋਂ ਮੈਂ ਬਲਿਹਾਰ ਕੁਰਬਾਨ ਪਿਆ ਜਾਂਦਾ ਹਾਂ। ਜਨਨਾਥ ਮੇਰੇ ਸ਼ਰਵਨਹੁ ਪੂਰੇ, ਸਤਿਗੁਰਾਂ ਦੇ ਬ੍ਰਹਮ ਦੀ ਸਖਿਆਤ ਦਾ ਜਾਂ ਜੀਵਿਸ਼ ਦੀ ਏਕਤਾ ਵਾਲੀ ਵਾਕ ਮੇਰੇ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੇ ਵਿੱਚ ਹਰ ਵਕਤ ਭਰੇ ਰਹਿੰਦੇ ਹਨ। ਜਾਂ ਜੋ ਗੁਰਾਂ ਦੇ ਪਵਿੱਤਰ ਬਚਨ ਸ਼ਬਦ ਰੂਪ ਦੇ ਵਿੱਚ ਸਰਵਣ ਕਰਵਾਏ ਹੋਏ ਨੇ, ਉਹ ਵਾਜਿਆਂ ਦੀ ਨਿਆਈ ਮੇਰੇ ਕੰਨਾਂ ਦੇ ਵਿੱਚ ਪੂਰਨ ਔਰ ਮੇਰੀ ਜੋ ਦੇਹ ਹੈ ਦੇਹਾ ਪ੍ਰਿਯੰਕ ਸਮਾਨੀ, ਮੇਰੀ ਸੂਖਮ ਦੇਹੀ ਜਾਂ ਬੁੱਧੀ ਵੀ
की प्यारी दे अंक प्रेम दे विच समा गई, लीन हो गई है। विश्राम देकर फरमान करते हैं, उतरते गुर की सुहागना। वाहिगुरु दे भजन तो छुटड़ हुई सुरत गुरां ने वाहिगुरु की प्राप्ति दे सुहाग भाग वाली। सुहाग नाम है आनंद दा, सुहाग नाम है पति की प्राप्ति दे आनंद दा। सो पति की प्राप्ति दे आनंद वाली बनौना की है। पहला आ छुट्टी हुई सी, लिव छुड़की लगी तृष्णा। जदों ही सो कहते जात इस भाना तां जम्मिया, जब वाहिगुरु का हुक्म होया तां इसका जन्म होया। परिवार भला पाया, परिवार को ही चंगा लग आया। पर इहदा आप दा जिहड़ा आनंद, जिहड़ी सुरती माता दी उदर दे विच उस दुखां भरे जीवन दे विच जुड़ी हुई सी, अरदासा करदा सीगा, पट्ठा लटकदा होया, वो छुट गई। परिवार नूं तां खुशी हुई पर इहनूं दुख होया, क्योंकि सुरत हुण वाहिगुरु लभदा नहीं है। फिर ये रोंदा है, लिव छुड़की लगी तृष्णा। दुध आदि दी पेट दे भुख दी तृष्णा लग गई। माया अमर वरताया, जमदियां सारी ਇਹੋ ਜਿਹਾ ਮਾਇਆ ने हुक्म वरता दिता। तो वो जिहड़ी छुट्टी हुई लिव सीगी, सतगुरु की कृपा दे नाल जे तां छोटी उम्र तो ही बंदा लग जाए, बंदा लग जाए, ये मेरी वर्डन गलत है। वाहिगुरु आप ही कृपा करके ला दे संगत के द्वारा, तां ते जल्दी कृपा हो जाती है। जिमें जिमें बड़े होंदे जाइए, महापुरखों का समझ लो ये बचन है या शराब समझ लो। बाबा ठाकुर सिंह साहब के मुख में बचन निकलिया, मैं सुनिया, समझ लो शराब ही है। तो या सुते सिद्ध बचन किया भी जिमें जिमें तुसीं बड़े होंदे हो, अकल होनी चाहिए है, पर अकल नहीं आती, मत गड्डियां च वड़दी जाती है। तो इस वास्ते मत मारी जाती है। पहला तो 10वां द्वार तालुआ नरम हुंदा, ताजा ताजा खुल जाए तो खुल जाए, मुड़ के तो थोड़ा मारिया भी माफ करना खोलना औखा हो जाता। इन्ना पत्थर दिल इंसान है, कोई असर ही नहीं। महाराज की बाणी का, वाहिगुरु के भजन का सानू चेता ही भुल गया कि असीं आए किस काम लई हाँ। गुरमुख का गुरमुख लाभ लै गए, वो लाभ लैके गए ने, मनमुख चले मूल गवाई जियो। यो छुटड़ स्त्री की तरह आपके मालिक का घर कि गुरु नानक साहब जी का घर छड्या होया है, होरना पासे ध्यान लगा होया। जिहड़ी सुरत है चाहिदा तां गुरु ग्रंथ साहब जी की बाणी विच सीगी, लग गई होर किछ माया दे विच। यही छुटड़ की निशानी। तो महाराज ने जब कृपा की तो सुरत आपके चरणों के विच प्राप्ति वाली नाम की कृपा नाल आनंद वाली बनौना की है। जिस करके पायो सुगड़ सुजानी, घाटतां नूं कढण वाले अंतरजामी परमेश्वर नूं पा लिया, जो जिंदगी का मनोरथ होना चाहिए। और सब तो जरूरी काम है, सतगुरु जी ने उपदेश बख्शिया, राम जपो जी ऐसे ऐसे ध्रुव प्रहलाद, जपियो हर जैसे दीन दयाल, भरोसे तेरे सब परिवार चढ़ाया बेड़े। जिहि कर्म है वैसन नहीं पावत, जिस स्वरूप रूपी घर विच मैं पहला प्रमाणगत प्रमेयगत इत्यादि संशय करके बैठना अस्तित्व होना नहीं पाਉਂਦਾ ਸੀ। उथान मेरे ओ बासानी, उस
ਪ੍ਰਿਆ ਪਦ ਰੂਪੀ ਅਸਥਾਨ ਵਸਣ ਵਾਸਤੇ ਮੈਨੂੰ ਮਿਲ ਗਿਆ ਹੈ। ਬਸ ਆਇਓ ਭਗਤ ਬਚਲ, ਭਗਤੀ ਕਰਨ ਵਾਲੇ ਭਗਤਾਂ ਦਾ ਪਿਆਰਾ ਪਰਮੇਸ਼ਰ ਉਹਨਾਂ ਦੇ ਅਧੀਨ ਵਸ ਵਿੱਚ ਆਇਆ ਹੈ। ਤੂੰ ਭਗਤਾਂ ਕੇ ਵਸ, ਭਗਤਾਂ ਤਾਨ ਤੇਰਾ। ਜਿਨ ਰਾਖੀਆਨ ਸੰਤਾਨੇ, ਜਿਨ੍ਹਾਂ ਸੰਤਾਂ ਦੀ ਇੱਜ਼ਤ, ਸੰਤਾਂ ਦੀ ਵਡਿਆਈ ਰੱਖੀ ਹੈ ਜਾਂ ਸੰਤ ਬਣੇ ਦੀ ਟੇਕ ਰੱਖੀ ਹੈ। ਅਹੋ ਨਾਨਕ ਹਰ ਸੰਗ ਮਨ ਮਾਨਿਆ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਹੁਣ ਹਰੀ ਪਰਮੇਸ਼ਰ ਦੇ ਨਾਲ ਸਾਡਾ ਮਨ, ਸਾਡਾ ਚਿੱਤ ਮਨ ਗਿਆ ਹੈ। ਅਬ ਜੂ ਕੀ ਕਾਣ ਲੋਕਾਨੀ, ਲੁਕਾਈ ਦੀ ਕਾਣ ਕਰਾਉਣ ਵੀ ਸਾਰੀ ਚੁੱਕੀ ਗਈ ਹੈ। ਕਹਿ ਕਬੀਰ ਮਨ ਮਾਨਿਆ ਤੋ ਹਰ ਜਾਣਿਆ। ਮਨ ਮਾਨੇ ਲੋਕ ਨਾ ਭਤੀਜੈ ਤੋ ਕਿਆ ਕੀਜੈ। ਆਰਗ ਮਹਲਾ ਪੰਜਵਾ। ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸਾਰੰਗ ਰਾਗ ਵਿੱਚ ਸ਼ੋਭਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਮੇਰੋ ਪੰਜਾ ਤੇ ਸੰਗ ਟੂਟਾ, ਹੁਣ ਮੇਰਾ ਕਾਮ, ਕ੍ਰੋਧ, ਲੋਭ, ਹੰਕਾਰ, ਇਹ ਜਿਹੜੇ ਪੰਜ ਵਿਕਾਰ ਤੇ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਵਿਸ਼ੇ ਸਨ, ਇਹਨਾਂ ਤੋਂ ਸਾਥ ਟੁੱਟ ਗਿਆ ਹੈ। ਦਰਸ਼ਨ ਦੇਖ ਭਏ ਮਨ ਆਨੰਦ, ਗੁਰਾਂ ਦਾ ਦਰਸ਼ਨ ਦੀਦਾਰ ਵੇਖ ਕੇ ਚਿੱਤ ਵਿੱਚ ਆਨੰਦ ਹੀ ਆਨੰਦ ਹੋ ਗਿਆ ਹੈ। ਆਨੰਦ ਘਣਾ ਮੈਂ ਸੁਪ੍ਰਭ ਡੀਠਾ ਰਾਮ, ਚਾਖਿਅੜ ਮੈਂ ਹਰਸ ਮੀਠਾ ਰਾਮ। ਕਿਰਪਾ ਤੇ ਛੂਟਾ, ਗੁਰਾਂ ਦੀ ਕਿਰਪਾ ਮਿਹਰ ਤੋਂ ਵਿਸ਼ਿਆਂ ਦਾ ਸੰਗ, ਵਿਸ਼ਿਆਂ ਦਾ ਸਾਥ ਛੁੱਟ ਗਿਆ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਬਹੁਤ ਬਹੁਤ ਧਰਿਆ, ਜੋ ਬੜੇ ਕਠਿਨ ਸਥਾਨ ਪੰਜਾਂ ਕੋਸ਼ਾਂ ਰੂਪੀ ਹਨ ਜਾਂ ਅਗਿਆਨ ਆਦਿਕ ਦੇ ਨੇ, ਬਹੁਤ ਤੋਂ ਬਹੁਤ ਵਾਸ਼ਨਾ ਰੂਪੀ ਪੱਖ ਸਨ ਜਾਂ ਪੱਖਾਂ ਵਿੱਚ ਪਾਉਣ ਵਾਲੀਆਂ ਵਾਸ਼ਨਾਵਾਂ ਸਨ। ਅਨੰਖ ਰਾਖ ਸੁਰੂਟਾ, ਅਨੇਕਾਂ ਕਾਮ ਕ੍ਰੋਧ ਰੂਪ ਸੂਰਮੇ ਰਾਖੇ ਬਣੇ ਖੜੇ ਸਨ। ਬਿਖਮ ਗਾਰ ਕਰ ਪਹੁੰਚੈ ਨਾਹੀ, ਜੋ ਦੇਹ ਅਧਿਆਸ ਰੂਪ ਕਠਿਨ ਗੜੀ ਸੀ, ਇਸ ਕਰਕੇ ਅੱਗੇ ਪਰਮੇਸ਼ਰ ਵੱਲ ਪਹੁੰਚਿਆ ਨਹੀਂ ਸੀ ਜਾਂਦਾ। ਅੰਤ ਸਾਨਥ ਭਏ ਲੂਟਾ, ਪਰ ਜਦ ਸਿਮਰਨ ਭਜਨ ਕਰਨ ਵਾਲੇ ਮਹਾਤਮਾ ਜਨਾਂ ਦਾ ਸੰਗ ਪ੍ਰਾਪਤ ਹੋ ਗਿਆ, ਤਦ ਇਹਨਾਂ ਸਭ ਵਿਕਾਰਾਂ ਨੂੰ ਲੁੱਟ ਲਿਆ। ਭਾਵ ਆਸੁਰੀ ਸੰਪਦਾ ਦੀ ਨਿਵਰਤੀ ਕਰਕੇ ਦੇਵੀ ਸੰਪਦਾ ਨੂੰ ਧਾਰਨ ਕਰ ਲਿਆ ਹੈ। ਬਹੁਤ ਖਜ਼ਾਨੇ ਮੇਰੇ ਪਾਲੈ ਪਰਿਆ, ਅਤਿਅੰਤ ਸ਼ੁਭ ਗੁਣਾ ਰੂਪ ਖਜ਼ਾਨੇ ਭੰਡਾਰੇ ਮੇਰੇ ਹਿਰਦੇ ਰੂਪ ਪੱਲੇ ਦੇ ਵਿੱਚ ਪਏ ਹਨ। ਬੋਲ ਦਾਦ ਆਖੂਟਾ, ਅਤੇ ਇਹ ਮੁਕਣ ਤੋਂ ਰਹਿਤ ਅਮੋਲਕ ਪਿਆਰੇ ਪਰਮੇਸ਼ਰ ਦਾ ਪਿਆਰ ਮਿਲਿਆ ਹੈ। ਨਾਨਕ ਪ੍ਰਭ ਕਿਰਪਾ ਧਾਰੀ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜਦ ਮੇਰੇ ਦਾਸ ਤੇ ਪਰਮੇਸ਼ਰ ਨੇ ਮੇਰ ਦੀ ਦ੍ਰਿਸ਼ਟੀ ਧਾਰਨ ਕੀਤੀ, ਮਨ ਮਹਿ ਹਰ ਰਸ ਘੂਟਾ, ਤਦ ਮੈਂ ਚਿੱਤ ਦੇ ਵਿੱਚ ਹਰੀ ਪਰਮੇਸ਼ਰ ਦੇ ਨਾਮ ਰੂਪ ਪ੍ਰੇਮ ਰੂਪ ਰਸ ਦੇ ਘੁੱਟ ਨੂੰ ਭਰਨਾ ਕੀਤਾ। ਆ ਘੁੱਟਾਂ ਭਰ ਕੇ ਨਾਮ ਦਾ ਪ੍ਰੇਮ ਦਾ ਰਸ ਪੀਤਾ। ਆਰਗ ਮਹਲਾ ਪੰਜਵਾ। ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸਾਰੰਗ ਰਾਗ ਵਿੱਚ ਬਖਸ਼ਿਸ਼ ਰਹਿਮਤ ਵਰਤਾ ਰਹੇ ਹਨ। ਆਪ ਮੇਰੋ ਠਾਕੁਰ ਸਿਉ ਮਨ ਲੀਨਾ, ਹੁਣ ਇਸ ਕਾਲ
ਕਾਲ ਵਿੱਚ ਮੇਰਾ ਮਾਲਕ ਪਰਮੇਸ਼ਰ ਦੇ ਨਾਲ ਚਿੱਤ ਲੀਨ ਹੋ ਗਿਆ ਹੈ। ਆਨੰਦਾਨ ਗੁਰ ਪੂਰੈ ਦੀਆ ਜਦ ਪ੍ਰਾਣਾਂ ਦੇ ਆਸਰਾ ਨੂੰ ਪਰਮੇਸ਼ਰ ਦੀ ਪ੍ਰਾਪਤੀ ਵੱਲ ਨਾਮ ਦਾ ਗਿਆਨ ਦਾ ਦਾਨ ਪੂਰਨ ਸਤਿਗੁਰਾਂ ਨੇ ਮੈਨੂੰ ਬਖਸ਼ਿਸ਼ ਕਰ ਦਿੱਤਾ ਹੈ। ਜਾਇਓ ਜਿਉ ਜਨ ਮੀਨਾ ਤਦ ਮੇਰਾ ਮਨ ਇਉਂ ਪਰਮੇਸ਼ਰ ਨਾਲ ਉਲਝ ਗਿਆ ਮਿਲ ਗਿਆ ਜਿਵੇਂ ਪਾਣੀ ਵਿੱਚ ਮੱਛੀ ਦਾ ਚਿੱਤ ਮਿਲਿਆ ਹੁੰਦਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ ਆਮ ਕ੍ਰੋਧ ਲੋਭ ਮਦ ਮਦ ਸਰ ਕਾਮ ਮੰਦ ਵਾਸ਼ਨਾ ਦਾ ਨਾਮ ਹੈ। ਭੈੜੇ ਫੁਰਨਿਆਂ ਦਾ ਵਿਸ਼ੇ ਵਿੱਚ ਲਾ ਕੇ ਜੀਵਨ ਦੀ ਸੁਭਾਅ ਨੂੰ ਖਰਾਬ ਕਰਨ ਵਾਲਾ ਹੈ। ਚਿੱਤ ਦੀ ਬਿਰਤੀ ਨੂੰ ਤੀਖਣ ਕਰਨ ਵਾਲਾ ਕ੍ਰੋਧ ਹੈ, ਗੁੱਸਾ ਹੈ। ਪਦਾਰਥਾਂ ਦਾ ਜੋ ਲੋਭ ਲਾਲਚ ਤੇ ਗੁਣਾਂ ਦਾ ਮਦ ਹੰਕਾਰ ਤੇ ਮਤਸਰ ਈਰਖਾ ਕਰਨੀ ਇਹ ਅਰਪ ਸਗਲ ਦਾਨ ਕੀਨਾ ਇਹ ਸਾਰਾ ਕੁਝ ਗੁਰਾਂ ਦੇ ਚਰਨਾਂ ਦੇ ਭੇਟਾ ਕਰਕੇ ਦਾਨ ਦੇਣਾ ਕੀਤਾ ਹੈ। ਭਾਵੇਂ ਇਹਨਾਂ ਵਿਕਾਰਾਂ ਨੂੰ ਸਦਾ ਹੀ ਲਈ ਤਿਆਗ ਦੇਣਾ ਕੀਤਾ ਹੈ। ਇਹਨਾਂ ਸਭਨਾਂ ਦੀ ਨਿਵਰਤੀ ਕਰਨ ਵਾਲਾ ਗੁਰਾਂ ਨੇ ਮੈਨੂੰ ਨਾਮ ਦਾ ਬ੍ਰਹਮ ਗਿਆਨ ਦਾ ਦਾਨ ਅਰਪ ਦੇਣਾ ਕੀਤਾ ਹੈ। ਆਪ ਕਾਮ ਦੀ ਨਿਵਰਤੀ ਵਾਸਤੇ ਵਸਤੂ ਵਿਚਾਰ, ਕ੍ਰੋਧ ਦੀ ਨਿਵਰਤੀ ਵਾਸਤੇ ਸ਼ਾਂਤੀ, ਲੋਭ ਦੀ ਨਿਵਰਤੀ ਵਾਸਤੇ ਸੰਤੋਖ, ਹੰਕਾਰ ਦੀ ਨਿਵਰਤੀ ਵਾਸਤੇ ਨਿਮਰਤਾ, ਈਰਖਾ ਦੀ ਨਿਵਰਤੀ ਵਾਸਤੇ ਸਮਤਾਦਿਕ ਦਾ ਦਾਨ ਦੇਣਾ ਕੀਤਾ ਹੈ। ਅੰਤਰ ਦ੍ਰਿੜਾਇ ਹਰ ਔਖਦ ਪੁਰ ਦਿਓ ਜਦੋਂ ਸਤਿਗੁਰਾਂ ਨੇ ਅਗਿਆਨ ਆਦਿਕ ਰੋਗਾਂ ਦੀ ਨਿਵਰਤੀ ਵਾਸਤੇ ਪਰਮੇਸ਼ਰ ਦਾ ਨਾਮ ਰੂਪੀ ਮੰਤਰ, ਜਿਹਨੂੰ ਗਾਰਗ ਮੰਤਰ ਕਹਿੰਦੇ ਨੇ, ਜਿਵੇਂ ਸੱਪਾਂ ਦੀ ਜ਼ਹਿਰ ਮਿਟਣ ਲਈ ਗਾਰਗ ਮੰਤਰ ਹੁੰਦਾ, ਇਉਂ ਅਗਿਆਨ ਆਦਿਕ ਰੋਗਾਂ ਦੀ ਨਿਵਰਤੀ ਲਈ ਔਖਦ ਹਰਕਾ ਨਾਮ ਹੈ। ਮਹਾਰਾਜ ਦਾ ਨਾਮ ਦਵਾਈ ਹੈ। ਕਾਮ ਆਦਿਕ ਸੱਪਾਂ ਦੀ ਵਿਸ਼ੇ ਜ਼ਹਿਰ ਮਿਟਣ ਲਈ ਇਹ ਗਾਰਗ ਮੰਤਰ ਹੈ। ਗੁਰ ਮੰਤਰ ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਏ, ਇਹ ਦ੍ਰਿੜ ਪਰਪੱਕ ਕਰਵਾਇਆ ਹੈ। ਮਿਲਿਓ ਸਗਲ ਪ੍ਰਬੀਨਾ ਤਾਂ ਜੋ ਪ੍ਰਵੀਨਾ ਚਤੁਰ ਸਾਰਿਆਂ ਦੇ ਘਟਾ ਘਟਾਂ ਦੀ ਪ੍ਰਵੀਨਾ ਪੂਰੀ ਤਰ੍ਹਾਂ ਜਾਣਕਾਰੀ ਰੱਖਣ ਵਾਲਾ ਅੰਤਰਜਾਮੀ ਪਰਮੇਸ਼ਰ ਹੈ। ਸਾਰਿਆਂ ਤੋਂ ਚਤੁਰ ਹੈ ਉਹ ਅੰਤਰਜਾਮੀ ਪਰਮੇਸ਼ਰ ਮਿਲ ਪਿਆ ਹੈ। ਜਦ ਸਤਿਗੁਰਾਂ ਨੇ ਦਵਾਈ ਦਿੱਤੀ ਹੈ ਵਾਹਿਗੁਰੂ ਨਾਮ ਦੀ, ਤੇ ਮੈਂ ਹਉਮੈ ਦੇ ਰੋਗ ਤੋਂ ਰਹਿਤ ਹੋ ਗਿਆ, ਹਉਮੈ ਦੀਰਘ ਹੋ ਗਿਆ। ਹਰ ਜੀਵ ਅਹੰਕਾਰ ਨਾ ਭਾਵੀ, ਜਿਹੜਾ ਅਹੰਕਾਰ ਮਨ ਨੂੰ ਚੰਗਾ ਨਹੀਂ ਸੀ ਲੱਗਦਾ, ਉਹ ਜਦ ਦੂਰ ਹੋ ਗਿਆ ਤਾਂ ਸਾਰਿਆਂ ਤੋਂ ਸਿਆਣਾ ਵਾਹਿਗੁਰੂ ਮੈਨੂੰ ਮਿਲ ਪਿਆ ਹੈ। ਤੇਰਾ ਤੋ ਠਾਕੁਰ ਮੇਰਾ ਪਰਮੇਸ਼ਰ ਇਹ ਸਰੀਰ ਰੂਪੀ ਘਰ ਜਾਂ ਅੰਤਰਕਰਨ ਰੂਪੀ ਘਰ ਤੇਰਾ ਹੈ ਤੇ ਤੂੰ ਹੀ ਮੇਰਾ ਮਾਲਕ ਸੁਆਮੀ ਹੈ। ਗੁਰ ਖੋਈ ਪ੍ਰਭ ਦੀਨਾ हे ਪ੍ਰਭ ਪਰਮੇਸ਼ਰ, ਸਤਿਗੁਰਾਂ ਨੇ ਮੇਰੀ ਹਉਮੈ ਗਵਾ ਦਿੱਤੀ, ਦੂਰ ਕਰ ਦਿੱਤੀ ਹੈ ਪਰ ਤੇਰੇ ਨਾਲ ਮਿਲਾ ਦਿੱਤਾ ਹੈ। ਗੁਰੂ ਨਾਨਕ ਮੈਂ ਸਹਿਜ ਘਰ ਪਾਇਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਪਰਮੇਸ਼ਰ, ਮੈਂ ਗੁਰ ਕਿਰਪਾ ਦੁਆਰਾ ਸੁਤੇ ਸਿੱਧ ਹੀ ਸਰੂਪ ਰੂਪੀ ਜਾਂ ਅਚੁੱਤ ਸੁਖ ਰੂਪ ਘਰ ਨੂੰ ਪਾ ਲਿਆ ਹੈ। ਭਗਤ ਭੰਡਾਰ ਖਜ਼ੀਨਾ हे ਪਰਮੇਸ਼ਰ, ਜੋ ਤੇਰੀ ਭਗਤੀ ਦਾ ਖਜ਼ਾਨਾ ਹੈ, ਇਸ ਦਾ ਮੈਨੂੰ ਗੁਰਾਂ ਨੇ ਖਜ਼ਾਨਚੀ ਨੂੰ ਬਣਾ ਦਿੱਤਾ ਹੈ। ਜਾਂ ਤੇਰੇ ਭਗਤੀ ਰੂਪ ਖਜ਼ਾਨੇ ਦੀ ਪ੍ਰਾਪਤੀ ਕਰਕੇ ਮੇਰਾ ਹਿਰਦਾ ਵੀ ਸ਼ੁਭ ਗੁਣਾਂ ਦਾ ਖਜ਼ਾਨਾ ਬਣ ਗਿਆ ਹੈ। ਮਾਰਗ
ਹੋਏ ਨੇ। ਮੋਹਨ ਇਹ ਭਗਤਾਂ ਦੇ ਚਿੱਤ ਨੂੰ ਮੋਹਿਤ ਕਰਨ ਵਾਲੇ ਜਾਂ ਮਾਇਆ ਦੇ ਮੋਹ ਨੂੰ ਹਰਨ ਵਾਲੇ ਪਰਮੇਸ਼ਰ ਸਭ ਜੀਅ ਤੇਰੇ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ। ਹਿੰਦੂ ਤੁਰਕ ਕੂਰ ਆਪਦੀ ਇਮਾਮ ਸਾਫੀ, ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ, ਤੁਰਕ ਹੈ, ਕੋਈ ਵੀ ਧਰਮ ਦਾ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਕੋ। ਜਿਹੜੀ ਮਨੁੱਖਾ ਜਾਤ ਉਹ ਸਭ ਇੱਕ ਰੱਬ ਨੇ ਹੀ ਪੈਦਾ ਕੀਤੀ ਹੈ, ਬਣਾਈ ਹੈ। ਧਰਮ ਤਾਂ ਇਹ ਜਿਹੜੀ ਅੱਜ ਕੱਲ੍ਹ ਦੇ ਨੇ ਉਹ ਤਾਂ ਬੰਦੇ ਦੇ ਆਪਣੇ ਹੀ ਨੇ। ਮਤਲਬ ਕੋਈ ਸੁਨਤ ਕਰਕੇ ਮੁਸਲਮਾਨ ਬਣ ਜਾਂਦਾ ਤੇ ਲਵਾ ਕਟਾ ਕੇ ਕੋਈ ਆਪਦੇ ਸਿਰ ਨੂੰ ਵਢਾ ਕੇ ਹਿੰਦੂ ਬਣ ਜਾਂਦਾ। ਧਰਮ ਤਾਂ ਵਾਹਿਗੁਰੂ ਦਾ ਇੱਕ ਹੀ ਹੈ, ਉਹ ਹੈ ਸਰਬ ਧਰਮ ਹੈ ਸ੍ਰੇਸ਼ਟ ਧਰਮ। ਹਰ ਕੋ ਨਾਮ ਜਪ ਨਿਰਗੁਣ ਕਰ। ਕੇਸਾਧਾਰੀ ਮੁਹੰਮਦ ਸਾਹਿਬ ਉਹ ਕੇਸਾਧਾਰੀ ਸੀਗੇ, ਈਸਾ ਜੀ ਵੀ ਕੇਸਾਧਾਰੀ ਸੀਗੇ। ਇਹ ਵਾਹਿਗੁਰੂ ਦਾ ਨਾਮ ਜਪਣਾ ਹੀ ਧਰਮ ਹੈ ਤੇ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਨੇ। ਧਰਮ ਦੇ ਨਾਮ ਤੇ ਅਸੀਂ ਵੱਡੀਆਂ ਪਾਈਆਂ ਹੋਈਆਂ। ਸੋ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਰਲੋਚਨ ਭਗਤ ਰਾਮਾਨੰਦ ਜੀ, ਭਗਤ ਰਾਮਾਨੰਦ ਜੀ ਕੱਟੜ ਬ੍ਰਾਹਮਣ ਸੀਗੇ, ਕੱਟੜ ਹਿੰਦੂ ਸੀਗੇ। ਵੇਖੋ ਉਹਨਾਂ ਦੀ ਬਾਣੀ ਵੀ ਦਰਜ ਹੋਈ ਕਿਉਂਕਿ ਉਹ ਵਾਹਿਗੁਰੂ ਦਾ ਨਾਮ ਜਪਦੇ ਸੀ। ਜ਼ਰੂਰੀ ਨਹੀਂ ਵੀ ਕੋਈ ਵਾਹਿਗੁਰੂ ਵਾਹਿਗੁਰੂ ਜਪੇ। ਰਾਮਾਨੰਦ ਦਾ ਗੁਰ ਮੰਤਰ ਤਾਂ ਰਾਮ ਹੀ ਸੀਗਾ। ਜਿੰਨੇ ਸੰਤ ਭਗਤ ਨੇ ਕਿਸੇ ਨੇ ਵਾਹਿਗੁਰੂ ਥੋੜਾ ਜਪਿਆ, ਧੰਨੇ ਨੇ ਕੀ ਜਪਿਆ ਦੱਸੋ? ਜੋ ਦੇ ਗੁਰੂ ਨੇ ਦਿੱਤਾ ਉਹਨੇ ਉਹੀ ਜਪਿਆ। ਤਰਲੋਚਨ ਜੀ ਨੇ, ਨਾਮਦੇਵ ਜੀ ਨੇ ਬੀਠਲ ਜਪਿਆ, ਕਬੀਰ ਜੀ ਨੇ ਰਾਮ ਰਾਮ ਜਪਿਆ, ਫਰੀਦ ਨੇ ਵੀ ਵਾਹਿਗੁਰੂ ਥੋੜਾ ਆਖਿਆ ਹੋਗਾ। ਉਹਦੇ ਗੁਰੂ ਨੇ ਜੋ ਉਹਨੂੰ ਜਪਾਇਆ ਉਹਨੇ ਉਹ ਜਪਿਆ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਭਨਾਂ ਨੂੰ ਮਿਲੇ ਔਰ ਉਹਨਾਂ ਨੂੰ ਆਪ ਦਾ ਸਿਧਾਂਤ ਬਖਸ਼ ਕੇ, ਆਪ ਦਾ ਗੁਰ ਮੰਤਰ ਬਖਸ਼ ਕੇ ਤੇ ਨਿਰਗੁਣ ਤੇ ਸਰਗੁਣ ਦੀ ਭੇਦਤਾ ਕਰਾਈ। ਇਹ ਉਹ ਸਰਗੁਣ ਚੋਂ ਨਿਰਗੁਣ ਬ੍ਰਹਮ ਚ ਲੈ ਕੇ ਗਏ। ਇਸ ਲਈ ਜੋ ਵੀ ਪ੍ਰਭੂ ਦਾ ਨਾਮ ਜਪਦਾ ਹੈ, ਹੁਣ ਸਾਈਂ ਮੀਆਂ ਮੀਰ ਸੀਗਾ, ਉਹ ਵੇਖੋ ਸਾਧ ਸੰਗਤ ਜੀ ਗੁਰੂ ਘਰ ਦਾ ਸ਼ਰਧਾਲੂ ਬਣਿਆ। ਜਿਹੜੀ ਬੀਬੀ ਕੌਲਾਂ ਸੀਗੀ ਉਹ ਮੀਆਂ ਮੀਰ ਕੋਲ ਹੀ ਤਾਂ ਜਾ ਕੇ ਤੇ ਗੁਰੂ ਘਰ ਦੀ ਸ਼ਰਧਾਲੂ ਬਣੀ। ਸਾਈਂ ਮੀਆਂ ਮੀਰ ਜੀ ਡੇਲੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੁੰਦੇ ਸੀਗੇ। ਬੀਬੀ ਕੌਲਾਂ ਉੱਥੇ ਸੁਣਦੀ ਹੁੰਦੀ ਸੀ, ਉਹਨੂੰ ਵੀ ਯਾਦ ਹੋ ਗਿਆ। ਇੰਜ ਗੁਰੂ ਘਰ ਦੇ ਵਿੱਚ ਕੋਈ ਵੀ ਹੈ ਪ੍ਰਭੂ ਦਾ ਨਾਮ ਜਪਣ ਵਾਲਾ ਪ੍ਰਵਾਨ ਹੈ। ਇਹ ਮਹਾਰਾਜ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਨੇ। ਪਰ ਤੂੰ ਹੀ ਇਹਨਾਂ ਜੀਵਾਂ ਨੂੰ ਗੁਰੂ ਉਪਦੇਸ਼ ਦੁਆਰਾ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ। ਸੰਘਾਰ ਨਿਮਕ ਕਿਰਪਾ ਤੇ ਇਹ ਪਰਮੇਸ਼ਰ ਤੇਰੀ ਸ਼ੇਰ ਮਾਤਰ ਕੀਤੀ ਕਿਰਪਾ ਦਇਆ ਦ੍ਰਿਸ਼ਟੀ ਤੋਂ ਜੰਮਣਾ ਤੇ ਮਰਨਾ ਛੁੱਟ ਜਾਂਦਾ ਹੈ। ਜਾਂ ਸੰਘਾਰਨ ਵਾਲੇ ਅਗਿਆਨ ਕਾਲ ਤੋਂ ਤੇਰੀ ਕਿਰਪਾ ਦ੍ਰਿਸ਼ਟੀ ਕਰਕੇ ਛੁੱਟ ਜਾਈਦਾ ਹੈ। ਜਾਂ ਸੰਘਾਰ ਸਮੂਹ ਆਸਰੀ ਸੰਪਦਾ ਤੋਂ ਛੁੱਟ ਜਾਈਦਾ ਹੈ। ਕੋਟ ਬ੍ਰਹਮੰਡ ਉਧਾਰਨ ਹੈ ਅਤੇ ਤੂੰ ਹੀ ਕਰੋੜਾਂ ਬ੍ਰਹਮੰਡਾਂ ਨੂੰ ਤਾਰਨ ਵਾਲਾ ਹੈ। ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਹਰ ਆਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ। ਇਹ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਕੱਲ ਤਾਰਨ ਗੁਰੂ ਨਾਨਕ ਆਇਆ। ਤੂੰ ਕਲਯੁਗੀ ਜੀਵਨ ਨੂੰ ਤਾਰਨ ਵਾਸਤੇ ਇਹ ਸੰਸਾਰ ਤੇ ਅਵਤਰਿਆ ਹੈ। ਪਰ ਜੀਤੀ ਨੌਖੰਡ ਵੇਦਨੀ ਸਤਨਾਮ ਦਾ ਚੱਕਰ ਫਿਰਾਇਆ ਤੇ ਸਾਰੀ ਧਰਤੀ ਦੇ ਉੱਪਰ ਆਪ ਨੇ ਜੀਆਂ ਨੂੰ ਧਾਰਨ ਕੀਤਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਅਰਦਾਸ ਬਹੁਤ ਬੇਨੰਤੀ
ਅਤਿਅੰਤ ਅਰਜ਼ੋਈ ਰੂਪ ਦੇ ਵਿੱਚ ਅਰਦਾਸ ਬੇਨਤੀ ਕਰਦਾ ਹਾਂ। ਅਰਦਾਸ ਦੀ ਡੈਫੀਨੇਸ਼ਨ ਕੀ, ਪਰਿਭਾਸ਼ਾ ਕੀ ਹੈ? ਅਰਜ ਪਲਸ ਦਾਸ ਇਕੁਅਲ ਟੂ ਅਰਦਾਸ। ਅਰਜ ਨਾਮ ਹੈ ਬੇਨਤੀ ਦਾ, ਦਾਸ ਨਾਮ ਹੈ ਨਿਮਰਤਾ ਦੇ ਵਿੱਚ ਦਾਸਾ ਭਾਵ ਧਾਰ ਕੇ ਕੀਤੀ ਹੋਈ ਬੇਨਤੀ ਦਾ ਨਾਮ ਅਰਦਾਸ ਹੈ। ਅਰਦਾਸੀਏ ਦੇ ਗਲ ਵਿੱਚ ਸਭ ਤੋਂ ਪਹਿਲਾਂ ਤਾਂ ਪਰਨਾ ਹੋਣਾ ਚਾਹੀਦਾ। ਜਿਹਦੇ ਗਲ ਵਿੱਚ ਪਰਨਾ ਨਹੀਂ ਹੈ ਤੇ ਉਹ ਗੁਰਦੁਆਰੇ ਦਾ ਕਹਿੰਦਾ ਮੈਂ ਸੇਵਾਦਾਰ ਹਾਂ ਜਾਂ ਮੈਂ ਕੋਈ ਗ੍ਰੰਥੀ ਹਾਂ, ਮੇਰੇ ਖਿਆਲ ਮੁਤਾਬਕ ਉਹ ਤਾਂ ਆਮ ਇਨਸਾਨ ਵੀ ਨਹੀਂ ਹੋ ਸਕਦਾ। ਕਿਉਂਕਿ ਗੁਰਦੁਆਰੇ ਦੇ ਗ੍ਰੰਥੀ, ਗੁਰਦੁਆਰੇ ਦੇ ਸੇਵਾਦਾਰ ਉਹੀ ਗੱਲ 'ਚ ਪਰਨਾ ਨਹੀਂ ਪਾਉਣਗੇ। ਹਰਿਮੰਦਰ ਸਾਹਿਬ ਦੇ ਜੋ ਰਾਗੀ ਸਿੰਘ ਨੇ ਉਹ ਗੱਲ 'ਚ ਪਰਨਾ ਪਾ ਕੇ ਕੀਰਤਨ ਕਰਦੇ। ਅੱਜ ਕੱਲ੍ਹ ਸਾਡਾ ਟੌਰ ਟਪਕਾ ਹੀ ਨਹੀਂ ਮਾਣ, ਪਰਨੇ ਨਾਲ ਪਤਾ ਨਹੀਂ ਸਾਡੀ ਟੌਰ ਘੱਟ ਜਾਂਦੀ ਹੈ। ਤੇ ਜਦ ਪਰਫਾਰਮੈਂਸ ਦੇਣੀ ਹੈ ਸੰਗਤ ਦੇ ਵਿੱਚ ਬੈਠ ਕੇ, ਪਰਨਾ ਇੱਕ ਨਿਮਰਤਾ ਦੀ ਨਿਸ਼ਾਨੀ ਹੈ। ਮਰਿਆਦਾ ਦੇ ਵਿੱਚ ਤਾਂ ਹੈ ਹੀ ਹੈ ਕਿ ਕੋਈ ਵੀ ਸਰੀਰ ਤੇ ਖਾਰਸ਼ ਆਦਿਕ ਹੋਵੇ ਤੇ ਹੱਥ ਲਾਉਣ ਦੀ ਬਜਾਏ ਪਰਨੇ ਦੇ ਨਾਲ ਹੀ ਵਰਤੋਂ ਵਿਵਹਾਰ ਕੀਤਾ ਜਾਏ। ਇਹ ਤਾਂ ਗੱਲ 2 ਨੰਬਰ ਦੀ ਹੈ। ਪਹਿਲੇ ਨੰਬਰ ਤਾਂ ਨਿਮਰਤਾ ਹੈ। ਇਸ ਵਾਸਤੇ ਜਿਹੜੀ ਨਿਮਰਤਾ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ, ਖਾਸ ਕਰਕੇ ਅਰਦਾਸੀਏ ਦੇ ਕੋਲ। ਸਤ ਸੰਤੋਖ ਹੋਵੇ ਅਰਦਾਸ, ਔਰ ਉਹਦੇ ਕੋਲ ਇੱਕ ਸਤ ਹੋਵੇ, ਇੱਕ ਸੰਤੋਖ ਹੋਵੇ। ਇਹ 2 ਟਕੇ ਉਹਦੇ ਕੋਲ ਹੋਣ, ਸਤ ਤੇ ਸੰਤੋਖ ਦੇ। ਜਿਹੜੇ ਪ੍ਰਤੱਖ ਪੈਸੇ ਨੇ, ਪ੍ਰਤੱਖ ਮਾਇਆ ਦੀ ਮਹਾਰਾਜ ਨੂੰ ਲੋੜ ਨਹੀਂ। ਇੱਕ ਤਾਂ ਨਿਮਰਤਾ ਦੀ ਲੋੜ ਹੈ, ਦੂਸਰਾ ਗੁਣਾਂ ਦੀ ਲੋੜ ਹੈ। ਜੇ ਅਰਦਾਸੀਏ ਦੇ ਮਨ 'ਚ ਧਿਆਨ ਹੀ ਪੈਸੇ ਦਾ ਕਿ ਮੈਂ ਅਰਦਾਸ ਕਰੂੰਗਾ ਮੈਨੂੰ 500 ਰੁਪਈਆ ਮਿਲੂਗਾ, ਦੱਸੋ ਜੀ ਅਰਦਾਸ ਸੁਣੀ ਕੀ ਜਾਊਗੀ? ਉਹਦਾ ਤਾਂ ਆਪ ਦਾ ਧਿਆਨ ਹੀ ਵਿਚਾਰੇ ਦਾ ਪੈਸੇ ਵਿੱਚ ਜੁੜਿਆ ਨਹੀਂ। ਜਦ ਉਹਦਾ ਹੀ ਨਹੀਂ ਜੁੜਿਆ ਫਿਰ ਦੂਜੇ ਦੀ ਕੀ ਪ੍ਰਵਾਨ ਹੋਊਗੀ? ਇਸ ਲਈ ਅਰਦਾਸ ਦੀ ਬਿਲਕੁਲ ਮਾਇਆ ਨਹੀਂ ਹੋਣੀ ਚਾਹੀਦੀ। ਹਾਂ, ਕੋਈ ਖੁਸ਼ੀ ਨਾਲ ਆਪਦੀ ਮਰਜ਼ੀ ਨਾਲ ਜਿਸ ਤਰ੍ਹਾਂ ਮਰਜ਼ੀ ਭਾਵੇਂ ਕੋਈ ਕਰ ਦੇ, ਤੇ ਪਰ ਇਹਦੀ ਕੋਈ ਫਿਕਸ ਨਹੀਂ ਹੋਣੀ ਚਾਹੀਦੀ ਕਿ ਜਿਹੜਾ ਉਹਦੇ ਮਨ 'ਚ ਲਾਲਚ ਹੋਵੇ ਵੀ ਮੈਂ ਕਰੂੰਗਾ ਤੇ ਮੈਨੂੰ ਇੰਨੇ ਮਿਲਣਗੇ। ਤੋ ਅਰਦਾਸੀਆ ਜਿਹੜਾ ਨਿਸ਼ਕਾਮੀ ਹੋਣਾ ਚਾਹੀਦਾ ਹੈ, ਸੰਤੋਖੀ ਹੋਣਾ ਚਾਹੀਦਾ ਹੈ। ਜੋ ਕੁਛ ਮਿਲ ਜਾਏ ਵਾਹਿਗੁਰੂ ਵੱਲੋਂ ਮਿਲਿਆ ਜਾਣਗੇ। ਕਿਸੇ ਨਾਲ ਮੋਹ ਨਾ ਕਰੇ ਕਿ ਮੈਂ ਕਿਸੇ ਦੀ ਅਰਦਾਸ ਕੀਤੀ ਉਹਨੇ ਮੈਨੂੰ ਆ ਦਿੱਤਾ। ਕੋਈ ਕੌਣ ਹੈ ਦੇਣ ਵਾਲਾ? ਪਰਮਾਤਮਾ ਨੇ ਹੀ ਸਭ ਕੁਝ ਬਖਸ਼ਿਸ਼ ਕੀਤਾ ਹੈ। ਇੱਕ ਸਤ ਪ੍ਰਤੱਗੀ ਹੋਵੇ, ਝੂਠ ਨਾ ਬੋਲੇ। ਜੇ ਅਰਦਾਸੀਆ ਹੀ ਝੂਠ ਬੋਲਣ ਲੱਗ ਪਿਆ ਤੇ ਫਿਰ ਦੂਜਿਆਂ ਦਾ ਕੀ ਬਣੂਗਾ? ਇਹ ਉਹ ਸੱਚ ਬੋਲੇ, ਝੂਠ ਵਾਲੇ ਪਲੜੇ ਦੇ ਪਾਸੇ ਨਾ ਝੁਕੇ, ਸੱਚ ਦੀ ਅਰਦਾਸ ਕਰੇ। ਝਗੜੇ 'ਚ ਤਾਂ ਪੈਣਾ ਚਾਹੀਦਾ ਹੀ ਨਹੀਂ। ਤੇ ਫਿਰ ਵੀ ਜੇ ਕਿਤੇ ਐਮਰਜੈਂਸੀ ਕਿਸੇ ਦੇ ਪ੍ਰਭਾਵ ਦੇ ਉਠਾ ਕੇ ਅਰਦਾਸ ਕਰਨੀ ਵੀ ਪਵੇ ਤਾਂ ਕਿਸੇ ਦੇ ਬੁਰੇ ਦੀ ਕਰਨ ਦੀ ਬਜਾਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਦੀ ਅਰਦਾਸ ਹੋਵੇ। ਇਸ ਲਈ ਇਹ ਗੁਣ ਹੋਣੇ ਚਾਹੀਦੇ ਨੇ ਅਰਦਾਸੀਏ ਦੇ ਕੋਲ। ਇੱਕ ਤਾਂ ਗਲ 'ਚ ਪੜਨਾ ਤੇ ਮਨ ਨਿਮਰਤਾ 'ਚ ਨੀਵਾਂ ਹੋਵੇ, ਦੂਸਰਾ ਸਤ ਪ੍ਰਤੱਗੀ ਹੋਵੇ, ਝੂਠ ਨਾ ਬੋਲੇ, ਤੀਸਰਾ ਸੰਤੋਖੀ ਹੋਵੇ, ਲਾਲਚੀ ਨਾ ਹੋਵੇ। ਇਹ ਗੁਰੂ ਜੀ ਨੇ ਆਪ ਲਿਖ ਕੇ ਦਿੱਤਾ ਹੈ। ਮਹਾਰਾਜ ਕਹਿੰਦੇ ਸਤ ਸੰਤੋਖ ਹੋਵੇ ਅਰਦਾਸ। ਜੇ ਸਤ ਤੇ ਸੰਤੋਖ ਦੇ ਟਕੇ ਲੈ ਕੇ ਆਵੇ ਤਾਂ ਅਰਦਾਸ ਹੁੰਦੀ ਹੈ। ਤਾਂ ਸੁਣ ਸਦ ਬਹਾਲੇ ਪਾਸ, ਤਾਂ ਮਹਾਰਾਜ ਸਦ ਕੇ ਆਪ ਦੇ ਕੋਲ ਪਾਸ ਬਿਠਾਲਦੇ ਨੇ। ਇਉਂ ਕਰਹਿ ਅਰਦਾਸ। ਮਹਾਰਾਜ ਮੈਂ ਨਿਮਰਤਾ ਦੇ ਵਿੱਚ ਅਰਜ ਪਲਸ ਦਾਸ, ਦਾਸਾ ਭਾਵ ਧਾਰ ਕੇ ਅਰਜ ਅਰਜ਼ੋਈ ਅਰਦਾਸ ਕਰਦਾ ਹਾਂ ਜੀ। ਔਰ ਬਹੁਤ ਬੇਨਤੀ ਅਰਦਾਸ ਦੇ ਵਿੱਚ ਮੈਂ ਬੜੀਆਂ ਬੇਨਤੀਆਂ ਕਰਦਾ ਕਿ ਮੈਨੂੰ ਸਿੱਖੀ ਦਾ, ਨਾਮ ਦਾ ਤੇ ਭਰੋਸਾ ਦਾ, ਵਿਸਾਰ ਦਾ, ਦਾਨਾ ਸਿਰ ਦਾ, ਨਾਮ ਦਾ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਇਹ ਅਰਦਾਸ ਦੇ ਵਿੱਚ ਮੈਂ ਬੇਨਤੀਆਂ ਕਰਦਾ ਹਾਂ ਜੀ। ਇਸੇ ਪ੍ਰਕਾਰ ਅਰਦਾਸ ਬਹੁਤ ਬੇਨਤੀ, ਮਨ ਕਰਕੇ ਬੇਨਤੀ ਕਰਦਾ ਤੇ ਬਾਣੀ ਕਰਕੇ ਵੀ ਬਹੁਤ ਬੇਨਤੀਆਂ ਅਰਦਾਸਾਂ ਕਰਦਾ ਹਾਂ ਕਿ ਐਸੀ ਕਿਰਪਾ ਮੋਹਿ
करो। ਜਿਹੜੇ ਤੁਹਾਡੇ ਚਰਨ ਨੇ, ਤੁਮਰੇ ਚਰਨ ਹਮਾਰੇ ਮਾਤਾ, ਨੈਣ ਦਰਸ਼ਨ ਤਰ ਧੂੜ ਕਰੋ। ਸਾਡੇ ਮੱਥੇ ਦੇ ਆਪਦੇ ਚਰਨ ਹੋਣ। ਮੱਥਾ ਮਤਲਬ ਅੰਤਸ਼ ਕਰਨ ਵਿੱਚ ਬਾਣੀ ਨਾਮ ਰੂਪੀ ਚਰਨ ਵਸੇ ਹੋਣ, ਤੇ ਅੱਖਾਂ ਦੇ ਨਾਲ ਤੇਰੇ ਦਰਸ਼ਨ ਕਰੀਏ। ਤੇ ਸਾਡੇ ਸਰੀਰ ਦੇ ਉੱਪਰ ਤਪੜ ਝਾੜ ਵਿਛਾਏ ਧੂੜੀ ਨਹਾਇਆ। ਸਤ ਸੰਗਤ ਕੀ ਤੂਰ ਪਰੀ ਉੱਡ ਨੇਤਰੀ। ਸਾਡੀ ਅੱਖਾਂ 'ਚ ਸਾਡੇ ਸਰੀਰ ਤੇ ਆਪ ਦੀ ਸੰਗਤ ਦੀ ਚਰਨ ਦੀ ਧੂੜ ਪੈਂਦੀ ਰਹੇ ਜੀ। ਇਹੀ ਮਹਾਰਾਜ ਮੈਂ ਬੇਨਤੀ ਕਰਦਾ ਹਾਂ। ਨਿਮਖ ਨਿਮਖ ਸਮਾਰਾ ਹੈ। ਅਸ਼ਿਕਸ਼ਿਤ ਕਾਲ ਵਿੱਚ ਤੇਰੇ ਨਾਮ ਨੂੰ ਸੰਭਾਲਣ ਕਰ। ਹੋ ਕਿਰਪਾਲ ਦੀਨ ਦੁਖ ਭੰਜਨ। ਹੇ ਗਰੀਬਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਪਰਮੇਸ਼ਰ, ਮੇਰੇ ਉੱਪਰ ਕਿਰਪਾਲੂ ਹੋਣਾ ਕਰੋ। ਹੋ ਦਇਆਲ ਦਰਸ਼ਨ ਦੇਹੋ ਆਪਣਾ। ਐਸੀ ਬਖਸ਼ ਕਰੀਜ, ਐਸੀ ਦਇਆ ਮੋਹਿ ਕਰੋ ਕਿਰਪਾ। ਐਸੀ ਕਿਰਪਾ ਮੋਹਿ ਕਰੋ। ਇਹ ਮਹਾਰਾਜ ਮੇਰੇ ਤੇ ਆਪ ਜੀ ਕਿਰਪਾ ਕਰੋ। ਤੇ ਤੁਮਰੇ ਚਰਨ ਹਮਾਰੇ ਮਾਤਾ, ਨੈਣ ਦਰਸ਼ਨ ਧੂੜ ਕਰੋ। ਦਇਆ ਕਰੋ ਦਇਆਲ, ਆਪਣੀ ਸਿਫਤ ਦੇਹੋ। ਆਹੀ ਨੂੰ ਔਂਕੜ ਹੈ। ਪਹਿਲਾਂ ਹਾਹੀ ਨੂੰ ਔਂਕੜ ਹੈ, ਫਿਰ ਹਾਹਾ ਮੁਕਤਾ। ਦਇਆ ਕਰੋ ਦਇਆਲ, ਆਪਣੀ ਸਿਫਤ ਦੇਹੋ। ਦਰਸ਼ਨ ਦੇਖ ਨਿਹਾਲ, ਨਾਨਕ ਪ੍ਰੀਤ ਇਹ। ਕਿਤੇ ਹਾਹਾ ਮੁਕਤਾ ਹੈ। ਇਉਂ ਹੀ ਮਹਾਰਾਜ ਆਪ ਸਾਡੇ ਤੇ ਕਿਰਪਾਲੂ ਹੋ ਜੀ। ਕਿਰਪਾ ਕਰੋ ਦੀਨ ਕੀ ਦਾਤੇ। ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। माटी का क्या धुपे स्वामी, मानस की गत यही। दीन दुख भंजन। गरीबां दे दुखां नूं नाश करन वाला है। निम्रता वालियां दे दुख खत्म कर दिंदा है। आस दे निस्तार है। पर अपना कृपा रूपी हथ दे के प्रपंच तो तारना करो। या अविद्या तो विशेष करके भली प्रकार तारना करो। आए भूपत बपरे कहिया। हे परमेश्वर, ये जो विचारी राजे पृथ्वी के पति मालिक कहीदे ने, जगीरदार जिमींदार मंत्री शंतरी, ये सब तेरे हुक्म तो बगैर दस होए किसनों मारा है। किस नूं मार सकते, भाव किसी नूं भी नहीं मार सकते। आग राख सुख दाते। ये सुखां नूं देण वाले परमेश्वर, मेरी रखिया कर लो, रखिया कर लो जी, मेरी रखिया कर लो। अब नानक जगत तुम्हारा है। ये मैं 3 बार प्रतिज्ञा नाल कह रहा है कि सारा जगत तेरा ही पैदा किया हुआ है ते तू ही इसकी रखिया करने वाला है। कौन है जिहड़ा इस नूं कोई मार सकदा। मानस की को केतन बात, जमती राखा दे कर हाथ। मानस जतन करत को भाल, तिसते करत बिरथे जा। मारे न राखे अवर न कोय, सर्व जीवां का राखा सोय। काहे सोच करे रे प्राणी, जप नानक प्रभ लख बिडाणी। बारक बार बार प्रभ जपीए, पी अमृत एहो मन तन तपीए। ये हुक्मनामा पंक्तियां जब सुखासन दे मैं शाम नूं आया, पाठी संगत जिहड़ी लड़ी चलदी है अखंड पाठां दी, उत्थे पंक्तियां पढ़ रही सन कि मानस जतन करत को भाद, तिसके करत बिरथे जा। इंसान यतन भावें बथेरे करता है, पर उहदे यतन निष्फल हैं, क्योंकि मारे न रखा एको कोई सर्व जीआं का राखा सोए। ना कोई किसी को मार सकता, ना कोई किसी की रखिया कर सकता है। सारे जीवां दा राखा अकाल पुरख है। तू मेरा राखा सब नी थाई तां हो इह काड़ा जीव। जिन्हें जम्मण तो पहला 9 महीने रखिया, तुसीं दसो फिर भी आपां ਉਹਦੇ ਤੇ भरोसा नहीं करते, श्रद्धा नहीं करते। उदों ਤਾਂ ਬੰਦੇ ਦਾ ਵਾਸੀ नहीं ਹੁੰਦਾ, उदों रखिया ही ऑलरेडी अकाल पुरख भी है टोटली सारी। ये महाराज तू समर्थ बड़ा, मेरी मैं थोरी राम, पर किरत खड़ा पूर्ण दृश तेरी राम।
ਇਹ ਸਾਰਾ ਜਗਤ ਹੀ ਜਾਂ ਤੇਰਾ ਪੈਦਾ ਕੀਤਾ ਹੋਇਆ ਤੇ ਤੂੰ ਹੀ ਇਹਦੀ ਰੱਖਿਆ ਕਰਨੀ ਹੈ। ਆ ਕਰੋਨਾ ਸ਼ਰੋਨਾ ਡੇਂਗੂ ਮੇਂਗੂ ਜੋ ਵੀ ਕੁਛ ਹੈ ਇਹ ਤੋਂ ਤੂੰ ਹੀ ਰੱਖਣਾ ਹੈ। ਬਿਮਾਰੀਆਂ ਵੀ ਤੂੰ ਹੀ ਪੈਦਾ ਕੀਤੀਆਂ, ਰੱਖਣਾ ਵੀ ਤੂੰ ਹੀ ਹੈ। ਜਰਾ ਮਰਾ ਤਾਪ ਸਿਰਤ ਸਾਪ ਸਭ ਹਰਕੇ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰਕਾ ਲਾਇਆ। ਜੀਵਾਂ ਦੇ ਕਰਮ ਅਨੁਸਾਰ ਲਾਉਂਦਾ ਵੀ ਤੂੰ ਹੈ ਤੇ ਹਟਾਉਣ ਵਾਲਾ ਵੀ ਤੂੰ ਹੀ ਹੈ। ਤੇ ਇਹਦੇ ਤੋਂ ਬਗੈਰ ਕਿਹਨੂੰ ਕਹੀਏ। ਇਸ ਲਈ ਤੇਰੇ ਚਰਨਾਂ 'ਚ ਅਰਦਾਸ ਕਰਦੇ ਹੈ ਸ੍ਰੀ ਗੁਰੂ ਨਾਨਕ ਦੇਵ ਜੀ, ਸਭ ਨਾਨਕ ਜਗਤ ਤੁਮਾਰਾ, ਸਾਰਾ ਜਗਤ ਤੇਰਾ ਹੀ ਹੈ। ਜਗਤ ਜਲੰਦਾ ਰੱਖ ਲੈ, ਇਹਨੂੰ ਛੱਡਦੇ ਬਲਦੇ ਨੂੰ ਰੱਖ ਲਓ ਜੀ। ਆਪਣੀ ਕਿਰਪਾ ਤਹਾਰ, ਆਪ ਦੀ ਕਿਰਪਾ ਕਰੋ ਜੀ। ਜਿਤ ਦੁਆਰਾ ਉਗਰੈ ਤਿੱਤਾ ਲੈ ਉਬਾਰ, ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ। ਇਸ ਪ੍ਰਕਾਰ ਰਾਖ 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 ਸੁਖ ਦਾਤੀ, ਇਹ ਸੁਖਾਂ ਦੇ ਦਾਤੇ ਪਰਮੇਸ਼ਰ ਤੂੰ ਹੀ ਮਾਤਾ ਦੇ ਗਰਭ ਦੇ ਵਿੱਚ ਰੱਖਣ ਵਾਲਾ ਹੈ। ਫਿਰ ਜੈਸੀ ਅਗਨ ਉਦਰਮ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਡ ਰਚਾਇਆ। ਇਹ ਮਾਇਆ ਦੇ ਵਿਕਾਰਾਂ ਤੋਂ ਤੂੰ ਹੀ ਬਚਾ ਕੇ ਰੱਖਣ ਵਾਲਾ ਹੈ। ਤੂੰ ਹੀ ਕਾਲ ਆਦਿ ਤੋਂ ਬਚਾ ਕੇ ਮੌਤ ਤੋਂ ਵੀ ਤੂੰ ਹੀ ਰੱਖਣ ਵਾਲਾ ਹੈ। ਇਸੇ ਪ੍ਰਕਾਰ ਰਾਖ 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 ਸੁਖ ਦਾਤੀ। ਇੱਕ ਸਾਡੇ ਗਿਆਨੀ ਜੀ ਹੈ, ਮੇਰੇ ਤੋਂ ਸੀਨੀਅਰ ਗਿਆਨੀ ਪਰਵਿੰਦਰਪਾਲ ਸਿੰਘ ਜੀ ਬੁੱਢਾ, ਇਸ ਵਕਤ ਉਹ ਸਾਊਥਹਾਲ ਵੀ ਲਾ ਰਹੇ ਨੇ ਲੰਡਨ ਦੇ ਵਿੱਚ। ਦਮਦਮੀ ਟਕਸਾਲ ਦੇ ਸੀਨੀਅਰ ਸਤਿਕਾਰਯੋਗ ਗਿਆਨੀ ਜੀ। ਮੇਰੇ ਵੇਖਣ ਦੀਆਂ ਗੱਲਾਂ ਸਾਹਮਣੇ ਬਾਬਾ ਜੀ ਨੂੰ ਕਹਿਣ ਲੱਗੀ, ਬਾਬਾ ਜੀ ਪਰਿਵਾਰ ਬੜੀ ਮੁਸ਼ਕਿਲ 'ਚ ਹੈ। ਕਹਿੰਦੇ ਕੀ ਹੋਇਆ? ਕਹਿੰਦੇ ਜੀ ਸਾਰੇ ਫਿਕਰਮੰਦ ਹਨ। ਕਹਿੰਦੇ ਦੱਸ ਤਾਂ ਸਹੀ। ਕਹਿੰਦੇ ਮਹਾਂਪੁਰਖੋ ਬੱਚੇ ਦੇ ਸਵਾਸ ਨਹੀਂ ਚੱਲ ਰਹੇ, ਡਾਕਟਰਾਂ ਨੇ ਅਲਟਰਾਸਾਊਂਡ ਕਰਕੇ ਆਖਿਆ ਹੈ, ਸਾਰਾ ਚੈੱਕਅਪ। ਕਹਿੰਦੇ ਹਾਂ ਇੰਝ ਕਿਵੇਂ ਹੋ ਸਕਦਾ, ਹੋਣਾ ਤਾਂ ਚਾਹੀਦਾ ਨਹੀਂ ਇਸ ਤਰ੍ਹਾਂ। ਕਹਿੰਦੇ ਨਹੀਂ ਬਾਬਾ ਜੀ ਡਾਕਟਰ ਦੀ ਰਿਪੋਰਟ ਤੇ ਹੁਣ ਦੱਸੋ ਕੀ ਕਰੀ। ਉਹ ਕਹਿੰਦੇ ਤੂੰ ਕਾਹਤੋਂ ਫਿਕਰ ਕਰਦਾ, ਪਾਠ ਨਹੀਂ ਕਰਦਾ, ਤੂੰ ਤਾਂ ਗਿਆਨੀ ਹੈ। ਉਹ ਭਲਾ ਕਿਸ ਤਰ੍ਹਾਂ ਬਣਦੀ ਹੈ, ਪੜ੍ਹ ਕੇ ਸੁਣਾ ਤਾਂ ਸਹੀ। ਉਹ ਕੀ ਭਲਾ ਮਹਾਰਾਜ ਨੇ ਲਿਖਿਆ ਸੁਖਮਨੀ ਸਾਹਿਬ 'ਚ, ਰੱਬ ਭਾਵੈ ਦਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਪਾਖੈ। ਸਵਾਸ ਨਹੀਂ ਆ ਰਹੇ, ਕੋਈ ਗੱਲ ਨਹੀਂ। ਜੇ ਮਹਾਰਾਜ ਨੂੰ ਭਾਉਂਦਾ ਹੈ ਤੇ ਉਹ ਸਵਾਸ ਤੋਂ ਬਗੈਰ ਵੀ ਜਿੰਦਾ ਰੱਖ ਸਕਦਾ ਹੈ। ਜ਼ਰੂਰੀ ਨਹੀਂ ਵੀ ਸਵਾਸਾਂ ਨਾਲ ਜਿੰਦਾ ਰੱਖੇ, ਸਵਾਸਾਂ ਤੋਂ ਬਗੈਰ ਵੀ ਤਾਂ ਜਿੰਦਾ ਰੱਖ ਸਕਦਾ। ਪ੍ਰਭੂ ਦੀ ਸਮਰੱਥਾ, ਉਹਦੇ ਵਿੱਚ ਸ਼ਕਤੀ ਹੈ। ਤੂੰ ਫਿਕਰ ਨਾ ਕਰ, ਬੜੀ ਬੜੀ ਜੋ ਬਸ ਅਰਦਾਸ ਕਰੋ। ਇੰਨਾ ਬਚਨ ਕੀਤਾ ਤੇ ਉਹ ਮੈਂ ਹਾਂਗਕਾਂਗ ਹੈਡ ਕਰਾਉਂਦੀ ਸੀਗਾ, ਗਿਆਨੀ ਜੀ ਦੀ ਖਾਲ ਆਈ। ਕਹਿੰਦੇ ਸਾਡਾ ਇੱਕ ਮੁੰਡਿਆਂ ਦਾ ਜਥਾ ਬਣਾਤਾ, ਉਸੇ ਭਚੰਗੀ ਨੂੰ ਕੀਰਤਨ ਸਿਖਾ ਕੇ ਰਾਗੀ ਸਿੰਘ ਨੂੰ ਬਣਾਇਆ। ਕਹਿੰਦੇ ਸਪਾਂਸਰ ਕਰੋ, ਹਾਂਗਕਾਂਗ ਦਾ ਫੇਰਾ ਲਵਾਓ। ਉਹ ਬੜਾ ਸੋਹਣਾ ਕੀਰਤਨ ਕਰਦਾ, ਜਿਹਦੇ ਸਵਾਸ ਨਹੀਂ ਸੀ ਹੋਏ ਜਨਮ ਤੋਂ ਪਹਿਲਾਂ। ਤੇ ਇਸ ਵਾਸਤੇ ਡਾਕਟਰ ਵੀ ਫੇਲ ਹੋ ਜਾਂਦੇ ਗੁਰੂ ਘਰ ਦੇ ਅੱਗੇ। ਜਿੱਥੇ ਮਹਾਂਪੁਰਖਾਂ ਦਾ ਬਚਨ ਹੋ ਗਿਆ ਉੱਥੇ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਇਸ ਲਈ ਇਹ ਮਹਾਰਾਜ ਤੋਂ ਜਨਮ ਤੋਂ ਪਹਿਲਾਂ ਵੀ ਆਪ ਹੀ ਰੱਖਣ ਵਾਲਾ ਹੈ। ਜੋ ਰਾਗ ਸਵਾਹ ਆਦਿ ਪੰਜਾਂ ਤੱਤਾਂ ਦਾ ਬਣਿਆ ਹੋਇਆ ਸਰੀਰ ਹੈ, ਇਹਦੇ ਵਿੱਚ ਜੋ ਕਾਮ ਕ੍ਰੋਧ ਆਦਿਕ ਵਿਕਾਰ ਲਾਹਨਤਾ ਰੂਪੀ ਸਵਾਹ ਖੇਡ ਅਡਾਉਣ ਵਾਲੇ ਨੇ। ਉਕੜ ਖੇਡ ਆਈ ਤੇ ਆਪਣੇ ਸਿਰ ਪਾਈ, ਆਪੇ ਹੀ ਬੰਦਾ ਗਲਤ ਕੰਮ ਕਰਦਾ, ਫਿਰ ਆਪ ਦੀ ਬਦਨਾਮੀ ਆਪ ਹੀ ਕਰਵਾਉਂਦਾ ਹੈ ਚੰਗਾ ਭਲਾ। ਇਹ ਜਿਹੜੇ ਵਿਕਾਰ ਨੇ ਇਹ ਆਪਣੇ ਨਾਲ ਲਾ ਕੇ ਬੰਦੇ ਦੀ ਖੇਡ ਉਡਾ ਦਿੰਦੇ ਨੇ, ਇਹਨੂੰ ਖੇਡ ਖਰਾਬ ਕਰ ਦਿੰਦੇ। ਇਹਨਾਂ ਤੋਂ ਬਚਾ ਕੇ ਸਾਡੀ ਰਕਸ਼ਾ ਕਰ। ਹੋਰ ਤਾਂ ਤੇਰਾ ਦਿੱਤਾ ਸਭ ਕੁਛ ਹੈ। ਇੱਕ ਕਲਯੁਗ ਦੇ ਵਿੱਚ ਇੱਜ਼ਤ ਬਣਾਉਣੀ ਤੇ ਬਚਾਉਣੀ ਔਖੀ ਹੈ। ਜਿਹਦੀ ਇੱਜ਼ਤ ਬਣ ਜਾਏ ਸਮਝ ਲਓ ਉਹਨੇ ਲੱਖਾਂ ਤੇ ਕਰੋੜਾਂ ਤੇ ਅਰਬਾਂ ਹੀ ਕਮਾ ਲਏ। ਪੈਸੇ ਨਾਲ ਇੱਜ਼ਤ ਨਹੀਂ ਖਰੀਦੀ ਜਾ ਸਕਦੀ। ਸਿਆਣਿਆਂ ਦਾ ਕਹਿਣਾ ਹੈ, ਇਨ ਦੀ ਵੈਲਥ ਇਜ਼ ਲੋਸਟ ਨਥਿੰਗ ਇਜ਼ ਲੋਸਟ। ਧਨ ਗਿਆ ਸਮਝ ਲਓ ਕੁਝ ਨਹੀਂ ਗਿਆ।
ਹੈਲਥ ਇਜ਼ ਲੋਸਟ, ਸਮਥਿੰਗ ਇਜ਼ ਲੋਸਟ। ਜੇ ਤੁਹਾਡੀ ਸਿਹਤ ਗਈ ਸਮਝ ਲਓ ਕੁਛ ਗਿਆ। ਸਿਹਤ ਨੂੰ ਸੰਭਾਲ ਕੇ ਰੱਖੋ। ਕਰੈਕਟਰ ਇਜ਼ ਲੋਸਟ, ਐਵਰੀਥਿੰਗ ਇਜ਼ ਲੋਸਟ। ਜੇ ਤੁਹਾਡੀ ਇੱਜ਼ਤ ਗਈ ਤਾਂ ਸਮਝ ਲਓ ਪੱਲੇ ਕੱਖ ਨਹੀਂ ਰਿਹਾ। ਬਣੀ ਬਣਾਤੀ ਖੋਜ ਪੈ ਗਈ, ਜ਼ਿੰਦਗੀ ਲੱਗ ਜਾਂਦੀ ਬਣਾਉਣ ਲੱਗਿਆ। ਤੇ ਇਸ ਲਈ ਇਹਨਾਂ ਤੋਂ ਮਹਾਰਾਜ ਸਾਡੀ ਰੱਖਿਆ ਕਰੋ ਜੀ, ਕਿਰਪਾ ਕਰੋ ਸੱਚੇ ਪਾਤਸ਼ਾਹ। ਨਾਨਕ ਜਗਤ ਤੁਮਾਰਾ ਹੈ, ਤੂੰ ਸੁੱਖ ਦਾ ਦਾਤਾ ਹੈ ਤੇ ਤੂੰ ਹੀ ਰੱਖਿਆ ਕਰਨ ਵਾਲਾ ਹੈ। ਇਹ ਜਿੰਨਾ ਵੀ ਜਗਤ ਹੈ ਇਹ ਆਪ ਦਾ ਹੀ ਪੈਦਾ ਕੀਤਾ ਹੋਇਆ ਹੈ। ਕਿਰਪਾ ਕਰੋ ਮਹਾਰਾਜ ਇਸ ਜਗਤ ਦੇ ਵਿੱਚੋਂ, ਇਸ ਕਲਯੁਗ ਦੇ ਪ੍ਰਭਾਵ ਦੇ ਵਿੱਚੋਂ ਆਪ ਦੀ ਸਤਸੰਗ ਦਾ ਆਸਰਾ ਦੇ ਕੇ, ਜਿਵੇਂ ਚੱਕੀ 'ਚ 2 ਪੁੜ ਚੱਲਦੇ ਹੁੰਦੇ ਤੇ ਉਹ ਦਾਣੇ ਪੀਸਦੇ ਹਨ, ਜਿਹੜੇ ਦਾਣੇ ਕਿੱਲੀ ਨਾਲ ਲੱਗ ਜਾਣ ਉਹ ਬਚ ਜਾਂਦੇ ਨੇ। ਇਉਂ ਇਹ ਜਗਤ ਦੇ ਵਿੱਚ ਆਪਣਾ ਆਪ ਬਚਾਉਣਾ ਕਲਯੁਗ ਦੇ ਪ੍ਰਭਾਵ ਤੋਂ ਬੜਾ ਔਖਾ ਹੈ। ਅੱਗ ਬਲ ਰਹੀ ਹੈ, ਇਹ ਪੁੜ ਚੱਲ ਰਹੇ ਨੇ, 2 ਪੁੜ ਚੱਕੀ ਜੋੜ ਕੇ ਪੀਸਣ ਆਏ ਬਹੇਠ, ਜੋ ਦਾ ਰਹੇ ਸੋ ਉਬਰੇ ਨਾਨਕ ਅਜ ਬਠੇਠ। ਇਹ ਸਤਸੰਗਤ ਕਿੱਲੀ ਦੀ ਤਰ੍ਹਾਂ ਹੈ। ਕਲਯੁਗ ਪਿਸੀ ਜਾ ਰਿਹਾ ਹੈ। ਸਾਨੂੰ ਆਪ ਦੇ ਸਤਸੰਗਤ ਰੂਪ ਕਿੱਲੀ ਨੂੰ ਬਖਸ਼ ਦੇ, ਜਿਹਦੇ ਨਾਲ ਲੱਗ ਕੇ ਸਾਡਾ ਜੀਵਨ ਬਚ ਸਕੇ ਜੀ। ਸਾਧ ਸੰਗਤ ਕੇ ਝੱਲੀ ਦੇ, ਚੱਲ ਹੁੰਦਾ ਹੈ ਨਾ, ਤੰਬੂ ਹੁੰਦਾ। ਜੇ ਸੰਗਤ ਦੇ ਝੱਲ ਚਲਾਂਗੇ ਤਾਂ ਸੁਤੇ ਸਿੰਧੀ ਉਹ ਵਰਸ਼ੇ ਵਾਲਾ ਖੜਾ। ਜੇ ਆਪਾਂ ਇੱਥੇ ਬੈਠੇ ਹਾਂ ਤੇ ਉਹ ਸਾਡੇ ਪਹਿਰੇ ਤੇ ਵੀ ਖੜਾ ਹੈ। ਜੇ ਮਹਾਰਾਜ ਦਾ ਪਹਿਰਾ ਹੈ ਨਾਲ ਸਾਡਾ ਵੀ ਲੱਗ ਗਿਆ, ਉਹ ਆਪਣੇ ਆਪ ਐਟੋਮੈਟਿਕ ਹੀ ਲੱਗ ਗਿਆ। ਦੋਹਾਂ ਗੇਟਾਂ ਤੇ ਆਪਣੇ ਆਪ ਹੀ ਸੰਗਤ ਦਾ ਪਹਿਰਾ ਹੈ। ਇਸ ਵਾਸਤੇ ਸੋ ਇਹ ਮਹਾਰਾਜ ਸੰਗਤ ਦਾ ਝੱਲ ਸਾਨੂੰ ਬਖਸ਼ੇ, ਸੰਗਤ ਦੀ ਕਿੱਲੀ ਬਖਸ਼ੇ। ਜਿਵੇਂ ਸ਼ੇਰਨੀ ਜੰਗਲ 'ਚ ਅੱਗ ਲੱਗੀ ਤੋਂ ਆਪ ਦੇ ਬੱਚਿਆਂ ਨੂੰ ਆਪਣੇ ਮੂੰਹ ਦੇ ਨਾਲ ਫੜ ਕੇ ਨਦੀ ਵਿੱਚ ਲੈ ਜਾਂਦੀ ਹੈ, ਉਹਨਾਂ ਨੂੰ ਬਚਾ ਲੈਂਦੀ ਹੈ। ਬਿੱਲੀ ਜਿਹੜੀ ਹੈ, ਜਿਹੜੇ ਦੰਦਾਂ ਨਾਲ ਚੂਹੇ ਖਾਂਦੀ ਹੈ, ਉਸੇ ਨਾਲ ਹੀ ਆਪ ਦੇ ਬਲੂੰਗੜਿਆਂ ਨੂੰ ਲਈ ਫਿਰਦੀ ਹੈ। ਕਹਿੰਦੇ 7 ਘਰ ਫਰਾਉਂਦੀ ਹੈ ਤੇ ਅੱਖਾਂ ਖੁੱਲ੍ਹਦੀਆਂ ਨੇ। ਇਹ ਉਹ ਜਿਹੜੀ ਮਾਇਆ ਲੋਕਾਂ ਨੂੰ ਖਾਈ ਜਾਂਦੀ ਹੈ। ਜਿਹੜਾ ਕਲਯੁਗ ਲੋਕਾਂ ਨੂੰ ਵੱਢੀ ਟੁੱਕੀ ਜਾਂਦਾ, ਉਹੀ ਕਲਯੁਗ ਜੇ ਵਾਹਿਗੁਰੂ ਦੀ ਨਿਗਾਹ ਸਵੱਲੀ ਹੋ ਜਾਏ ਸਾਨੂੰ ਕੁਛ ਵੀ ਨਹੀਂ ਆਉਂਦਾ। ਸਤਿਗੁਰੂ ਅਰਜਨ ਦੇਵ ਜੀ ਨੇ ਲਿਖ ਕੇ ਦਿੱਤਾ ਹੈ, ਧੰਨ ਧੰਨ ਕਲਯੁਗ ਨਾਨਕਾ ਜੇ ਚੱਲੇ ਸਤਿਗੁਰ ਭਾਏ। ਜੇ ਸਤਿਗੁਰਾਂ ਦੀ ਆਗਿਆ 'ਚ ਚੱਲੀਏ ਤਾਂ ਕਲਯੁਗ ਧੰਨ ਹੋ ਗਿਆ। ਤੇ ਜੇ ਮਹਾਰਾਜ ਤੋਂ ਉਲਟ ਹੋ ਗਏ, ਇੱਕ ਘੜੀ ਨਾ ਮਿਲਤੇ, ਇੱਕ ਘੜੀ ਵੀ ਨਹੀਂ ਮਿਲੇ ਤਾਂ ਕਲਯੁਗ ਹੋਤਾ, ਤਾਂ ਕਲਯੁਗ ਬਣ ਗਿਆ। ਉਹੀ ਧਰਮ ਰਾਜਾ, ਉਹੀ ਯਮਰਾਜ। ਪਾਪੀਆਂ ਨੂੰ ਉਹਨਾਂ ਦੇ ਹੀ ਥਿਰ ਰਹਿਣ, ਚੁਣ ਨਰਕ ਕੋਲ ਚੱਲ ਜਾਣ। ਜਿਹੜੇ ਪਾਪੀ ਹੁੰਦੇ ਨੇ ਇਹਨਾਂ ਨੂੰ 1 ਮਿੰਟ ਨਹੀਂ ਉੱਥੇ ਖਲੋਣ ਦਿੰਦਾ। ਮਾਰਦਾ ਥੱਪੜ ਕੰਨ ਤੇ ਮਾਰ ਕੇ, ਸਿਰ ਘੁਮਾ ਦਿੰਦਾ ਤੇ ਵੱਡਾ ਕੇ ਸੁੱਟ ਦਿੰਦਾ ਖੂਹ 'ਚ, ਕੁੰਭੀ ਨਰਕਾਂ 'ਚ। ਇਹ ਜਾ ਉਤਰੇ ਫਿਰ। ਉਹੀ ਸੰਤਾਂ ਵਾਸਤੇ ਧਰਮ ਰਾਜਾ ਹੈ। ਧਰਮ ਰਾਜ ਨੂੰ ਹੁਕਮ ਹੈ, ਮੈਂ ਸੱਚਾ ਧਰਮ ਵਿਚਾਰ, ਸੱਚੇ ਧਰਮ ਦੀ ਵਿਚਾਰ ਕਰਨ ਵਾਲਾ। ਤੇਰੇ ਦਰਗਾਹ ਕਹਿਣ ਕੋ ਆਓ ਬੈਠਾ ਤਰ ਸੁਖ ਦਿਓ, ਸਤਿਕਾਰ ਦਿੰਦਾ, ਆਦਰ ਦਿੰਦਾ। ਇਉਂ ਦੂਜੇ ਪਾਸੇ ਦੁਸ਼ਟ ਆਤਮਾ ਤੇਰੀ ਸਰਕਾਰ, ਦ્વੈਤ ਭਾਵ ਵਾਲੇ ਦੁਸ਼ਟ ਆਤਮਾ ਵਾਲੇ ਉਹਨਾਂ ਤੇ ਉਹਦੀ ਸਰਕਾਰ ਹੈ। ਇਉਂ ਆਮ ਲੋਕਾਂ ਲਈ ਤਾਂ ਕਲਯੁਗ ਹੈ, ਸਾਡੇ ਲਈ ਤਾਂ ਵਧੀਆ ਹੈ। ਕਿਉਂਕਿ ਪੁਰਾਣੇ ਯੁੱਗਾਂ ਦੇ ਵਿੱਚ ਥੋੜ੍ਹਾ ਫਲ ਮਿਲਦਾ ਸੀਗਾ ਤੇ ਕਲਯੁਗ ਦੇ ਵਿੱਚ 1000 ਗੁਣਾ ਫਲ ਹੈ। ਭਗਤੀ ਕਰਨ ਦਾ, ਨਾਮ ਜਪਣ ਦਾ ਬਹੁਤਾ ਫਲ ਹੈ ਥੋੜ੍ਹੀ ਭਗਤੀ ਤੋਂ। ਇਸ ਲਈ ਧੰਨ ਧੰਨ ਕਲਯੁਗ ਨਾਨਕਾ ਜੀ ਚੱਲੇ ਸਤਿਗੁਰ ਭਾਈ। ਇਹ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕੱਲ ਮਿਲੀਆ ਪ੍ਰੇਤੁਤ ਭਗਵੰਤਾ, ਮੋਹਿ ਰਹਿ ਨਾ ਵਿਹਾਵੈ ਨੀਂਦ ਨਾ ਆਵੈ। ਬਿਨ ਦੇਖੇ ਗੁਰ ਦਰਬਾਰੇ ਜੀਓ, ਹਉ ਭੋਲੀ ਜੀਓ ਘੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜੀਓ। ਇਹ ਸਾਰਾ ਜਗਤ, ਸਾਰਾ ਸੰਸਾਰ ਹੁਣ ਆਪਾਂ ਤਾਂ ਅੰਮ੍ਰਿਤ ਛਕ ਲਿਆ। ਜਿਹੜੇ ਹੁਣ ਸਾਡੇ ਨਿਆਣੇ ਨੇ ਵੀ ਤਾਂ ਤੂੰ ਹੀ ਦਿੱਤੇ ਨੇ। ਅਸੀਂ ਤੇਰੇ ਹਾਂ, ਸਾਨੂੰ ਤਾਂ ਤੂੰ ਬਖਸ਼ ਰਿਹਾ। ਮੱਤ ਦੇ ਦਿੱਤੀ, ਅਕਲ ਦੇ ਦਿੱਤੀ, ਆਪਦੇ ਚਰਨਾਂ 'ਚ ਆਪਾਂ ਬੈਠੋ। ਨਿਆਣਿਆਂ ਨੂੰ ਵੀ ਸਮਝਾ, ਸਾਡੇ ਆਖੇ ਨਹੀਂ ਲੱਗਦੇ। ਇਹ ਵੀ ਤਾਂ ਤੇਰੇ ਹੀ ਨੇ, ਤੂੰ ਹੀ ਪੈਦਾ ਕੀਤੇ ਨੇ ਮਹਾਰਾਜ ਸੱਚਿਆ ਪਾਤਸ਼ਾਹ। ਇਹ ਸਿਰ 'ਚ ਮੂਲੀਆਂ ਕਰਦੇ, ਗੁਰਦੁਆਰੇ ਵੱਲ ਮੂੰਹ ਨਹੀਂ ਕਰਦੇ, ਵਿਗੜੇ ਹੋਏ ਨੇ। ਤੂੰ ਹੀ ਇਹਨਾਂ ਦੀ ਰੱਖਿਆ ਕਰ। ਲੋਕ ਪੈਸੇ ਪਤਾ ਨਹੀਂ ਹਜ਼ਾਰਾਂ ਹੀ ਰੁਪਈਏ, ਲੱਖਾਂ ਹੀ ਖਰਚਦੇ।
ਸਾਡਾ ਸੰਪਟ ਪਾਠ ਕਰੋ ਜੀ, ਅਖੰਡ ਪਾਠ ਸਾਰੇ ਲੋਕ ਆਪਦੀ ਅਰਦਾਸ ਮੈਂ ਵੇਖਿਆ ਘੱਟ ਕਰਾਉਂਦੇ ਨੇ, ਨਿਆਣਿਆਂ ਦੀ ਜ਼ਿਆਦਾ ਕਰਾਉਂਦੇ ਨੇ। ਭਾਵੇਂ ਕੋਈ ਬਾਹਰ ਹੈ ਤੇ ਭਾਵੇਂ ਘਰ 'ਚ, ਵੀ ਬੱਚਿਆਂ ਨੂੰ ਸਿੱਖੀ ਸਦੀ ਬਖਸ਼ੋ ਜੀ। ਜਿਹਨੇ ਬੱਚੇ ਸਾਂਭ ਲਏ ਸਮਝ ਲਓ ਉਹਨੇ ਬੜੀ ਜ਼ਮੀਨ ਖਰੀਦ ਲਈ, ਉਹਨੇ ਡਾਲਰ ਤੇ ਪੌਂਡ ਕਮਾ ਲਏ, ਉਹ ਤਾਂ ਅਰਬਾਪਤੀ ਹੋ ਗਿਆ। ਜਿਹਦੇ ਨਿਆਣੇ ਲਾਇਕ ਹੋ ਗਏ, ਆਗਿਆਕਾਰੀ ਹੋ ਗਏ, ਇਹੀ ਪ੍ਰੋਪਰਟੀ ਹੈ। ਜੇ ਬੱਚੇ ਵਿਗੜ ਗਏ ਤੇ ਲੱਖਾਂ ਕਰੋੜਾਂ ਵੀ ਸਮਝ ਲਓ ਮਿੱਟੀ ਹੋ ਗਏ, ਖੇ ਖਰਾਬ ਨੇ। ਇਸ ਲਈ ਇਹ ਜਿਹੜੇ ਜਗਤ ਦੇ ਵਿੱਚ ਪੈਦਾ ਹੋਏ ਜੀਆ ਜੰਤ ਨੇ, ਇਹ ਸਭ ਤੇਰੇ ਹੀ ਨੇ। ਆ ਨਵੀਂ ਜਨਰੇਸ਼ਨ ਇਹਨਾਂ ਨੂੰ ਵੀ ਸਮਝਾ ਸੱਚੇ ਪਾਤਸ਼ਾਹ, ਇਹ ਤੇਰਾ ਪੈਦਾ ਕੀਤਾ ਹੋਇਆ ਸਾਰਾ ਜੀਆ ਜੰਤ, ਤੂੰ ਹੀ ਇਹਦੀ ਰੱਖਿਆ ਕਰਨ ਵਾਲਾ ਹੈ। ਸਾਡੇ ਵੱਸ ਦੀ ਕੋਈ ਗੱਲ ਨਹੀਂ, ਤੇ ਤੂੰ ਆਪ ਕਿਰਪਾ ਕਰੇ ਤਾਂ ਹੀ ਸੱਚੇ ਪਾਤਸ਼ਾਹ ਕੋਈ ਤੇਰੇ ਚਰਨਾਂ ਵਿੱਚ ਆ ਸਕਦਾ, ਸਿੱਖੀ ਨੂੰ ਕਮਾ ਸਕਦਾ ਹੈ। ਇਸ ਦੇ ਨਾਲ ਹੀ ਸਮਾਪਤੀ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਆਏ ਭੂਪਤ ਬਪਰੇ ਕਹੀਐ ਕਹੁਏ ਕਿਸ ਨੂੰ ਮਾਰ ਹੈ, ਆਖਰਾ ਸੁਖ ਦਾਤੇ ਸਭ ਨਾਨਕ ਜਗਤ ਤੁਮਾਰਾ।